वाहिगुरु जी का खालसा वाहिगुरु जी की फतेह। कृष्णा अवतार ਇਹਦੇ 2492 ਪਦੇ ਹਨ, ਜਿਸ ਵਿੱਚੋਂ 224 ਪਦੇ ਹੁਣ ਤੱਕ ਆਪਾਂ ਲੜੀਵਾਰ ਬਿਨਾਂ ਵਿੱਚ ਕੋਈ ਕੱਟ ਕੀਤਿਆਂ ਸਰਵਣ ਕੀਤੇ ਨੇ। ਤੇ ਅੱਜ ਆਪਾਂ 225ਵੇਂ ਤੋਂ ਸ਼ੁਰੂ ਕਰਨ ਲੱਗੇ ਹਾਂ। ਤੇ ਅੱਜ ਵਾਲੀ ਜਿਹੜੀ ਵਿਚਾਰ ਹੈ ਇਹ ਤਕਰੀਬਨ 298 ਤੱਕ ਹੈ। ਤੇ ਇੱਕ ਹੋਰ ਬੇਨਤੀ ਕਿ ਜਿੱਥੋਂ ਦਾਸ ਪੜ੍ਹ ਰਿਹਾ ਹੈ, ਇਹ ਪੋਥੀ ਡਾਕਟਰ ਰਤਨ ਸਿੰਘ ਜੱਗੀ, ਡਾਕਟਰ ਗੁਰਸ਼ਰਨ ਕੌਰ ਜੱਗੀ, ਇਹਨਾਂ ਨੇ ਇਸ ਨੂੰ ਪਾਠ ਸੰਪਾਦਨ ਅਤੇ ਵਿਆਖਿਆ ਜਿਹੜੀ ਹੈ ਉਹ ਕੀਤੀ ਹੈ ਇਸ ਗ੍ਰੰਥ ਦੀ। ਤੇ ਬਾਬਾ ਵਿਰਸਾ ਸਿੰਘ ਜੀ ਉਹ ਇਹਨਾਂ ਨੂੰ ਜਿਨ੍ਹਾਂ ਨੇ ਇਹ ਕਰਵਾਇਆ ਸਹਿਯੋਗ ਦਿੱਤਾ। ਤੇ ਦਾਸ ਇਹ ਗੱਲ ਸਿਰਫ ਇਸ ਲਈ ਦੱਸ ਰਿਹਾ ਕਿ ਕੋਈ ਮੇਰਾ ਵੀਰ ਭੈਣ ਭਰਾ ਇਹ ਨਾ ਸਮਝੇ ਕਿ ਮੈਂ ਮੂਲ ਪੜ੍ਹਨ ਵਿੱਚ ਕੋਈ ਆਪਣੇ ਕੋਲੋਂ ਕੁਝ ਲਾਇਆ ਜਾਂ ਇਹਦੇ ਅਰਥ ਕਰਨ ਲੱਗਿਆ ਆਪਣੇ ਕੋਲੋਂ ਕੁਝ ਲਾਇਆ, ਕਿਉਂਕਿ ਇਹ ਬਹੁਤ ਇਸ ਵੇਲੇ ਸੋਚ ਕੇ ਕਦਮ ਰੱਖਣ ਵਾਲਾ ਜਿਹੜਾ ਸਮਾਂ ਹੈ ਉਹ ਬਣਿਆ ਹੋਇਆ। ਤੇ ਦਾਸ ਇਸ ਬਿਰਤੀ ਨਾਲ ਇਹਨੂੰ ਪੜ੍ਹ ਰਿਹਾ ਕਿਉਂਕਿ ਮੈਂ ਅੱਜ ਤੱਕ ਦਸਮ ਗ੍ਰੰਥ ਨੂੰ, ਜਿਹਦਾ ਪੁਰਾਣਾ ਨਾਮ ਬਚਿੱਤਰ ਨਾਟਕ ਹੈ, ਉਹਨੂੰ ਨਹੀਂ ਪੜ੍ਹਿਆ। ਤੇ ਇਹਨੂੰ ਪੜ੍ਹ ਕੇ ਤੇ ਆਸੇ ਪਾਸੇ ਦੀਆਂ ਗੱਲਾਂ ਸੁਣ ਕੇ ਮੈਨੂੰ ਇੰਜ ਲੱਗ ਰਿਹਾ ਕਿ ਇਸ ਗ੍ਰੰਥ ਨੂੰ 100 ਪ੍ਰਚਾਰਕ ਵਿੱਚੋਂ ਸ਼ਾਇਦ ਕਿਸੇ ਇੱਕ ਅੱਧੇ ਨੇ ਪੜ੍ਹਿਆ ਹੋਵੇ, ਹਜ਼ਾਰਾਂ ਰਾਗੀਆਂ ਵਿੱਚੋਂ ਸ਼ਾਇਦ ਕਿਸੇ ਇੱਕ ਅੱਧੇ ਨੇ ਪੜ੍ਹਿਆ ਹੋਵੇ, ਇਸੇ ਤਰ੍ਹਾਂ ਹਜ਼ਾਰਾਂ ਗ੍ਰੰਥੀਆਂ ਵਿੱਚੋਂ ਸ਼ਾਇਦ ਕਿਸੇ ਇੱਕ ਅੱਧੇ ਨੇ ਪੜ੍ਹਿਆ ਹੋਵੇ। ਤੇ ਇਸ ਕਰਕੇ ਇਹਦਾ ਮੂਲ ਵੀ ਦਾਸ ਉਹ ਪੜ੍ਹੇਗਾ ਜੋ ਇਹਦੇ ਵਿੱਚ ਲਿਖਿਆ, ਤੇ ਜਿਹੜੇ ਅਰਥ ਦਾਸ ਬੋਲੇਗਾ ਉਹ ਵੀ ਹੂਬਹੂ ਲਿਖੇ ਹੋਏ ਬੋਲੇਗਾ ਜਿਹੜੇ ਡਾਕਟਰ ਰਤਨ ਸਿੰਘ ਜੱਗੀ ਨੇ ਕੀਤੇ ਹੋਏ ਨੇ। ਕਿਉਂਕਿ ਇਸ ਵੇਲੇ ਪੰਜਾਬੀ ਵਿੱਚ ਸਭ ਤੋਂ ਵਧੀਆ ਟੀਕਾ ਜਿਹੜਾ ਹੈ, ਅਰਥ ਜਿਹੜੇ ਨੇ ਉਹ ਇਹਨਾਂ ਦੇ ਕੀਤੇ ਹੋਏ ਨੇ। ਦਾਸ ਇਹਨਾਂ ਨੂੰ ਮਿਲਿਆ ਨਹੀਂ, ਪਰ ਇਹ ਅਰਥ ਵੇਖ ਕੇ ਕਾਫੀ ਅੱਛੇ ਲੱਗੇ ਨੇ। ਪੂਰਾ ਤੇ ਸਿਰਫ ਗੁਰੂ ਹੀ ਹੁੰਦਾ, ਪਰ ਅਰਥ ਬਹੁਤ ਸੋਹਣੇ ਇਹਨਾਂ ਨੇ ਕੀਤੇ ਹੋਏ ਨੇ। ਤੇ ਇਸ ਵਾਸਤੇ ਅੱਜ ਕਈ ਗੱਲਾਂ ਇਹੋ ਜਿਹੀਆਂ ਤੁਸੀਂ ਸੁਣੋਗੇ ਕਿ ਤੁਹਾਨੂੰ ਲੱਗੇਗਾ ਓਪਰਾ ਜਿਹਾ, ਪਰ ਇਹ ਮੇਰੀ ਮਜਬੂਰੀ ਹੈ। ਮੈਂ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਸੰਕਲਪ ਕੀਤਾ ਵੀ ਜੇ ਗੁਰੂ ਮੇਰੇ ਤੇ ਕਿਰਪਾ ਕਰੇ ਤੇ ਮੈਂ ਇਸ ਨੂੰ ਸਾਰਾ ਹੀ ਇੱਕ ਪਾਸੇ ਤੋਂ ਪੜ੍ਹਾਂ। ਇੱਕ ਪੋਥੀ ਆਪਾਂ ਪੜ੍ਹ ਚੁੱਕੇ ਹਾਂ, ਦੂਜੀ ਪੋਥੀ ਕ੍ਰਿਸ਼ਨਾ ਅਵਤਾਰ ਸ਼ੁਰੂ ਹੈ। ਅੱਜ 225 ਤੋਂ ਸ਼ੁਰੂ ਕਰਾਂਗੇ। ਅੱਥ ਗੋਪਿਨ ਸੋ ਹੋਲੀ ਖੇਲਬੋ, ਹੁਣ ਗਵਾਲ ਬਾਲਕਾਂ ਨਾਲ ਹੋਲੀ ਖੇਡਣ ਦਾ ਪ੍ਰਸੰਗ। ਸਵਈਆ ਮਾਘ ਬੀਤੀਤ ਭਏ ਰੁੱਤ ਫਾਗੁਨ, ਆਏ ਗਈ ਸਭ ਖੇਲਤ ਹੋਰੀ। ਮਾਘ ਮਹੀਨੇ ਦੇ ਬੀਤਣ ਤੋਂ ਬਾਅਦ ਫੱਗਣ ਰੁੱਤ ਆ ਗਈ, ਸਾਰੇ ਹੋਲੀ ਖੇਡਣ ਲੱਗੇ ਹਨ। ਗਾਵਤ ਗੀਤ ਬਜਾਵਤ ਤਾਲ, ਕਹਿ ਮੁਖ ਤੇ ਭਰਵਾ ਮਿਲ ਹੋਰੀ। ਉਹ ਗੀਤ ਗਾਉਂਦੇ ਹਨ, ਤਾੜੀਆਂ ਵਜਾਉਂਦੇ ਹਨ, ਬਾਲਕ ਮਿਲ ਕੇ ਮੂੰਹੋਂ ਹੋਲੀ ਦਾ ਭੜਵਾ ਕਹਿੰਦੇ ਹਨ। ਡਾਰਤ ਹੈ ਅਲਿਤਾ ਬਨਿਤਾ, ਛਟਕਾ ਸੰਗ ਮਾਰਤ ਬੈਸਨ ਥੋਰੀ। ਛੋਟੀ ਉਮਰ ਦੇ ਬਾਲਕ ਅਲਤਾ ਦਾ ਭਾਵ ਹੈ ਗੁਲਾਲ ਪਾਉਂਦੇ ਹਨ, ਪਿਚਕਾਰੀਆਂ ਨਾਲ ਰੰਗ ਛਿੜਕਦੇ ਹਨ। ਖੇਲਤ ਸਿਆਮ ਧਮਾਰ ਅਨੂਪ, ਮਹਾ ਮਿਲ ਸੁੰਦਰ ਸਾਵਲ ਗੋਰੀ। ਸ਼ਿਆਮ ਕਵੀ ਕਹਿੰਦੇ ਹਨ। ਇੱਥੇ ਲਗਾਤਾਰ ਕਿੰਨੇ ਦਿਨਾਂ ਤੋਂ ਕਿੰਨੇ ਪਦਿਆਂ ਵਿੱਚ ਪਾਠਾਂ ਵਿੱਚ ਸਰਵਣ ਕਰ ਰਹੇ ਹਾਂ ਕਿ ਕਵੀ ਦਾ ਨਾਮ ਸ਼ਿਆਮ ਹੈ। ਸ਼ਿਆਮ ਕਵੀ ਕਹਿੰਦੇ ਹਨ ਸੁੰਦਰ ਸਾਵਲ ਗੋਰੀ ਮੂਰਤ ਕ੍ਰਿਸ਼ਨ ਤੇ ਬਲਰਾਮ ਮਿਲ ਕੇ ਮਹਾਨ ਅਤੇ ਅਦੁੱਤੀ ਧਮਾਰ ਖੇਡਦੇ ਹਨ। ਅੰਤ ਬਸੰਤ ਭਏ ਰੁੱਤ ਗ੍ਰੀਖਮ, ਆਏ ਗਈ ਹਰ ਖੇਲ ਮਚਾਇਓ। ਬਸੰਤ ਰੁੱਤ ਦਾ ਅੰਤ ਹੋ ਗਿਆ ਅਤੇ ਗ੍ਰੀਖਮ ਰੁੱਤ ਆ ਗਈ ਤਾਂ ਕ੍ਰਿਸ਼ਨ ਨੇ ਖੇਡ ਮਚਾਈ। ਆਵਹੋ ਮਿਕ ਦੁਹੂ ਦਿਸ ਤੇ ਤੁਮ, ਕਾਨ ਭਏ ਧੜਨ ਠੀ ਸੁਖ ਪਾਇਓ। ਕਾਨ ਤੇ ਬਲਰਾਮ ਆਪ ਦੋਹਾਂ ਟੋਲੀਆਂ ਦੇ ਮੁਖੀ ਬਣੇ ਅਤੇ ਦੋਹਾਂ ਦਿਸ਼ਾ ਦੇ ਲੜਕਿਆਂ ਨੇ ਸੁਖ ਪ੍ਰਾਪਤ ਕੀਤਾ।
दैत प्रलंब बडो कपटी तब बालक रूप धरियो ना जनायो। एक प्रलंब ਨਾਂ ਦਾ ਦੈਂਤ ਬਹੁਤ ਕਪਟੀ ਸੀ। ਤਦੋਂ ਉਸਨੇ ਮੁੰਡੇ ਦਾ ਰੂਪ ਧਾਰ ਲਿਆ ਅਤੇ ਕਿਸੇ ਤੋਂ ਪਛਾਣਿਆ ਨਾ ਗਿਆ। ਕੰਧ ਚੜਾਏ ਹਲੀ ਕੋ ਉਢਿਓ ਤਿੰਨ ਮੂਕਨ ਸੋ ਸਿਰ ਮਾਰ ਗਿਰਾਇਓ। ਪ੍ਰਲੰਬ ਬਲਰਾਮ ਨੂੰ ਮੋਢੇ ਉੱਤੇ ਚੜਾ ਕੇ ਉੱਡ ਚੱਲਿਆ। ਉਸ ਨੂੰ ਬਲਰਾਮ ਨੇ ਮੁੱਕੇ ਮਾਰ ਮਾਰ ਕੇ ਧਰਤੀ ਉੱਤੇ ਡਿਗਾ ਦਿੱਤਾ। केशव राम भये धनठी मिक बाल कहे तब ही सब प्यारे। कृष्ण ते बलराम दोवें मुखी बने ਅਤੇ ਤਦੋਂ ਹੋਰ ਸਾਰੇ ਪਿਆਰੇ ਬਾਲਕ ਦੋ ਟੋਲੀਆਂ ਵਿੱਚ ਹੋ ਗਏ। ਦੈਤ ਮਿਕਿਓ ਸੁਤ ਨੰਦ ਹੈ ਕੇ ਸੰਗ ਖੇਲ ਜਿਤਿਓ ਮੁਸਲੀ ਹਾਰੇ ਹਾਰੇ। ਪ੍ਰਲੰਬ ਦੈਂਤ, ਉਸ ਦੈਂਤ ਦਾ ਨਾਮ ਪ੍ਰਲੰਬ ਹੈ, ਕ੍ਰਿਸ਼ਨ ਨਾਲ ਮਿਕਿਆ। ਖੇਡ ਵਿੱਚ ਬਲਰਾਮ ਜਿੱਤ ਗਿਆ ਅਤੇ ਕ੍ਰਿਸ਼ਨ ਹਾਰ ਗਿਆ। ਆਵ ਚੜੋ ਨਾ ਚੜਿਓ ਸੋ ਕਹਿਓ ਇਨ ਪੈ ਤਿਹ ਕੇ ਬੱਪ ਕੋ ਪੱਗ ਧਾਰੇ। ਤਾਂ ਕ੍ਰਿਸ਼ਨ ਨੇ ਕਿਹਾ ਆਓ ਤੇ ਮੇਰੇ ਸਿਰ ਉੱਤੇ ਚੜੋ। ਬਲਰਾਮ ਨੇ ਕਿਹਾ ਮੈਂ ਤੇਰੇ ਸਿਰ ਉੱਤੇ ਨਹੀਂ ਚੜਦਾ ਕਿਉਂਕਿ ਤੂੰ ਮੇਰਾ ਭਾਰ ਨਹੀਂ ਚੁੱਕ ਸਕੇਗਾ। ਮਾਰ ਗਿਰਾਏ ਦਇਓ ਧਰਨੀ ਪਰ ਵੀਰ ਬੜੋ ਉਨਮੂਕਨ ਮਾਰੇ। ਤਦ ਬਲਰਾਮ ਪ੍ਰਲੰਬ ਦੇ ਸਰੀਰ ਉੱਤੇ ਚੜਿਆ ਤਾਂ ਉਹ ਲੈ ਕੇ ਹੀ ਉੱਡ ਚੱਲਿਆ। ਉਸ ਵੱਡੇ ਸੂਰਮੇ ਬਲਰਾਮ ਨੇ ਉਸ ਨੂੰ ਮੁੱਕਿਆਂ ਨਾਲ ਮਾਰ ਕੇ ਧਰਤੀ ਉੱਤੇ ਡੇਗ ਦਿੱਤਾ। ਇੱਥੇ ਸ੍ਰੀ ਬਚਿੱਤਰ ਨਾਟਕੇ ਕ੍ਰਿਸ਼ਨਾਵਤਾਰੇ ਪ੍ਰਲੰਬ ਦੈਤ ਬਧੇ। ਅਰਥ ਹੈ ਇੱਥੇ ਸ੍ਰੀ ਬਚਿੱਤਰ ਨਾਟਕ ਦੇ ਕ੍ਰਿਸ਼ਨਾਵਤਾਰ ਦਾ ਪ੍ਰਲੰਬ ਦੈਤ ਬਧੇ ਪ੍ਰਸੰਗ ਸਮਾਪਤ। ਇਹ ਪ੍ਰਸੰਗ ਜਿਹੜਾ ਪ੍ਰਲੰਬ ਦੈਤ ਵਾਲਾ ਹੈ ਇਹ ਭਾਗਵਤ ਪੁਰਾਣ ਦੇ ਦਸ਼ਮ ਸਕੰਦ ਵਿੱਚ ਪ੍ਰਲੰਬ ਬਧੋ ਨਾਮ ਸ਼ਸ਼ਟੋਦਸ਼ੋ ਅਧਿਆਏ। ਸ਼ਸ਼ਟੋਦਸ਼ੇ ਦਾ ਅਰਥ ਹੈ 18ਵਾਂ ਅਧਿਆਏ ਹੈ, ਉਹਦਾ ਇਹ ਸਾਰ ਹੈ ਤੇ ਕੁੱਲ ਸ਼ਲੋਕ ਇਹਦੇ ਉੱਤੇ ਵਿੱਚ ਦਸਮ ਸਕੰਦ ਵਿੱਚ ਇਹਦੇ 32 ਸ਼ਲੋਕ ਨੇ। ਇਸ ਤੋਂ ਅੱਗੇ 228ਵਾਂ ਪਦਾ ਹੈ ਅਥ ਲੁਕ ਮੀਚਨ ਖੇਲ ਕਥਨ। ਹੁਣ ਲੁਕਨ ਮੀਟੀ ਖੇਡ ਦਾ ਕਥਨ। ਮਾਰੇ ਪ੍ਰਲੰਬ ਲਇਓ ਮੁਸਲੀ ਜਬ ਯਾਦ ਕਰੀ ਹਰ ਜੀ ਤਬ ਗਾਈ। ਜਦ ਬਲਰਾਮ ਨੇ ਪ੍ਰਲੰਬ ਮਾਰ ਲਿਆ ਤਦ ਕ੍ਰਿਸ਼ਨ ਨੇ ਆਪਣੀਆਂ ਗਊਆਂ ਦਾ ਖਿਆਲ ਕੀਤਾ। ਚੂਮਣ ਲਾਗ ਤਬੈ ਬਛਰਾ ਮੁਖ ਧੀਨ ਵਹਿ ਉਨਕੀ ਆਰੂ ਮਾਈ। ਉਸ ਵੇਲੇ ਗਊਆਂ ਵੱਛਿਆਂ ਦੇ ਮੂੰਹ ਚੁੰਮਣ ਲੱਗ ਪਈਆਂ ਜੋ ਉਹਨਾਂ ਦੀਆਂ ਮਾਵਾਂ ਸਨ। ਹੋਏ ਪ੍ਰਸੰਨਯ ਤਬੈ ਕਰੁਣਾ ਨਿਧ ਤਉ ਲੁਕ ਮੀਚਨ ਖੇਲ ਮਚਾਈ। ਗਊਆਂ ਦਾ ਮੋਹ ਵੇਖ ਕੇ ਕ੍ਰਿਸ਼ਨ ਉਸ ਵੇਲੇ ਪ੍ਰਸੰਨ ਹੋਇਆ। ਤਦ ਲੁਕਣ ਮੀਟੀ ਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ। ਤਾ ਛਬ ਕੀ ਅਤ ਹੀ ਉਪਮਾ ਕਬਿ ਕੇ ਮਨ ਮੈਂ ਬਹੁ ਭਾਤਿਨ ਪਾਈ। ਉਸ ਵੇਲੇ ਦੀ ਛਬ ਦੀ ਉਪਮਾ ਕਵੀ ਦੇ ਮਨ ਵਿੱਚ ਕਈ ਤਰ੍ਹਾਂ ਨਾਲ ਪਾਈ ਹੈ। ਕਬਿਤ बैठ कर गुआर आखै मीचा एक गुआर हूँ की छोर देत ताको सो तो औरो गह ताई कह। एक गुआल बालक बैठ के दूजे गुआल बालक ਦੀਆਂ ਅੱਖਾਂ ਮੀਟਦਾ ਹੈ। ਬਾਕੀ ਲੁਕ ਜਾਂਦੇ ਹਨ ਤਾਂ ਉਹ ਉਸ ਦੀਆਂ ਅੱਖਾਂ ਛੱਡ ਦਿੰਦਾ ਹੈ ਤਾਂ ਉਹ ਦੌੜ ਕੇ ਹੋਰਨਾਂ ਨੂੰ ਛੂੰਦਾ ਹੈ। ਆਖੈ ਮੂੰਦਤ ਹੈ ਤਬ ਉਹੀ ਗੋਪ ਹੂੰ ਕੀ ਫੇਰ ਜਾਕੇ ਤਨ को जो छूवै कर साथ जाए कह। जिस दे शरीर ਨੂੰ ਉਹ ਛੂਹ ਲੈਂਦਾ ਹੈ ਫਿਰ ਉਹ ਆ ਕੇ ਅੱਖਾਂ ਮਿਟਾਉਂਦਾ ਹੈ ਅਤੇ ਹੋਰਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਤਾਹਾ ਤੋਂ ਛਲ ਬਲ ਕੈ ਪਲਾਵੈ ਹਾਥ ਆਵੈ ਨਾਹੀ ਤਉ ਮਿਟਾਵੈ ਆਖੈ ਆਪ ਹੀ ਤੇ ਸੋ ਤੋਂ ਆਏ ਕਹਿ। ਦੂਜੇ ਬਾਲਕ ਛਲ ਬਲ ਕਰਕੇ ਉਸ ਤੋਂ ਦੂਰ ਭੱਜਦੇ ਹਨ, ਹੱਥ ਵਿੱਚ ਕੋਈ ਨਹੀਂ ਆਉਂਦਾ ਤਾਂ ਫਿਰ ਆਣ ਕੇ ਉਹੀ ਅੱਖਾਂ ਮਿਟਵਾਉਂਦਾ ਹੈ। ਕਹੈ ਕਬਿ ਸ਼ਾਮ ਤਾਕੀ ਮਹਿਮਾ ਨਾ ਲਖੀ ਜਾਏ ਐਸੀ ਬਾਤ ਖੇਲੇ ਕਨ ਮਹਾ ਸੁਖ ਪਾਈ ਕਹਿ। ਕਵੀ ਸ਼ਾਮ ਕਹਿੰਦੇ ਹਨ, ਉਸ ਦੀ ਮਹਿਮਾ ਜਾਣੀ ਨਹੀਂ ਜਾਂਦੀ। ਕ੍ਰਿਸ਼ਨ ਜੀ ਇਸ ਤਰ੍ਹਾਂ ਨਾਲ ਖੇਡਦੇ ਹੋਏ ਸੁਖ ਪਾਉਂਦੇ ਹਨ। ਸਵਈਆ
अंत भये रुत गरीखम की, रुत पावस आए गई सुखदाई। गरीखम रुत दा अंत हुंदे ही सुख देने वाली बरखा रुत आ गई। कान फिरै बन बीठन मैं, संग लै बछरे तिन की आरुमाई। कृष्ण बच्चे ਅਤੇ ਗਊਆਂ ਨਾਲ ਲੈ ਕੇ ਬਨ ਦੀਆਂ ਕੁੰਜ ਗਲੀਆਂ ਵਿੱਚ ਫਿਰਨ ਲੱਗੇ। ਬੈਠ ਤਬੈ ਫਿਰਤ ਮੱਧ ਗੁਫਾ, ਗਿਰ ਗਾਵਤ ਗੀਤ ਸਭੈ ਮਨ ਭਾਈ। ਮੀਂਹ ਪੈਣ ਤੇ ਪਹਾੜ ਦੀਆਂ ਗੁਫਾਵਾਂ ਵਿੱਚ ਬੈਠ ਜਾਂਦੇ ਹਨ ਅਤੇ ਮਨ ਭਾਉਂਦੇ ਗੀਤ ਗਾਉਂਦੇ ਹਨ। ਤਾ ਛਬ ਕੀ ਅਤ ਹੀ ਉਪਮਾ, ਕਵੀ ਨੇ ਮੁਖ ਤੇ ਇਮ ਭਾਖੇ ਸੁਨਾਈ। उस शोभा की बहुत चंगी उपमा है जो कवि ने इस तरह कह के सुनाई है। सोरठ सारंग औ गुजरी, ललता ओ भैरव दीपक गावै। सोरठ सारंग गुजरी ललत ਅਤੇ ਭੈਰਵ ਤੇ ਦੀਪਕ ਰਾਗ ਗਾਉਂਦਾ ਹੈ। ਟੋਡੀ ਔ ਮੇਘ ਮਲਾਰ ਅਲਾਪਤ, ਗੌੜ ਔ ਸੁਧ ਮਲਾਰ ਸੁਨਾਵੈ। ਟੋਡੀ ਅਤੇ ਮੇਘ ਮਲਾਰ ਅਲਾਪਦਾ ਹੈ ਅਤੇ ਗੌਂਡ ਦੇ ਸ਼ੁੱਧ ਮਲਾਰ ਸੁਣਾਉਂਦਾ ਹੈ। ਜੈ ਤਸਰੀ ਅਰ ਮਾਲ ਸ੍ਰੀ, ਔ ਪਰਜ ਸੋ ਰਾਗ ਸ੍ਰੀ ਨਟ ਪਾਵੈ। ਜੈਤਸਰੀ, ਮਾਲਸਰੀ, ਪਰਜ ਅਤੇ ਸ੍ਰੀ ਰਾਗ ਦਾ ਨਟ ਬੰਨ ਦਿੰਦਾ ਹੈ। श्याम कहै हर जी रिझ कै, मुरली संग कोटक राग बजावै। श्याम कवि कहते हैं कि कृष्ण खुश हो के मुरली नाल ਕਰੋੜਾ ਰਾਗ ਵਜਾਉਂਦਾ ਹੈ। ਕਬਿਤ ਲਲਤ ਤਨਾਸਰੀ ਬਜਾਵੇ, ਸੰਗ ਬਾਸੁਰੀ ਕਿਦਾਰਾ ਔਰ ਮਾਲਵਾ ਬਿਹਾਗੜਾ ਉਹ ਗੂਜਰੀ। ਬੰਸਰੀ ਨਾਲ ਲਲਤ, ਤਨਾਸਰੀ, ਕਿਦਾਰਾ, ਮਾਲਵਾ, ਬਿਹਾਗੜਾ ਅਤੇ ਗੁਜਰੀ ਰਾਗ ਵਜਾਉਂਦਾ ਹੈ। ਮਾਰੂ ਔ ਪਰਜ ਔ ਕਾਨੜਾ, ਕਲਿਆਣ ਸੁਭ ਕੁਗਬ ਬਿਲਾਵਲ ਸੁਨੈ ਤੇ ਆਵੈ ਮੂਜਰੀ। ਮਾਰੂ, ਪਰਜ, ਕਾਨੜਾ ਅਤੇ ਕਲਿਆਣ, ਕੁਕਬ, ਬਿਲਾਵਲ ਅਤੇ ਮੂਰਛਨਾ ਦੀ ਵੀ ਸੁਣਾਉਂਦਾ ਹੈ। ਭੈਰਵ ਪਲਾਸੀ ਭੀਮ ਦੀਪਕ, ਸੋ ਗੌਰੀ ਨਟ ਠਾਡੋ ਦਰੁਮ ਛਾਏ, ਮੈਂ ਸੋ ਗਾਵੈ ਕਾਨ ਪੂਜਰੀ। ਭੈਰੋ, ਪਲਾਸੀ, ਭੀਮ, ਦੀਪਕ, ਗੌੜੀ ਤੇ ਨਟ ਰਾਗਾਂ ਨੂੰ ਪੂਜਨਯੋਗ ਕਾਨ ਕ੍ਰਿਸ਼ਨ ਬ੍ਰਿਛ ਦੀ ਛਾਂ ਹੇਠ ਖਲੋਤਾ ਗਾਉਂਦਾ ਹੈ। ਤਾਤੇ ਗ੍ਰਹਿ ਤਿਆਗ ਤਾਕੀ, ਸੁਨ ਸੁਨ ਸਰੋਣ ਮੈਂ, ਮ੍ਰਿਗ ਨੈਨੇ ਫਿਰਤ ਸੁ ਬਨ ਬਨ ਊਜਰੀ। ਉਸ ਬੰਸਰੀ ਦੀ ਆਵਾਜ਼ ਕੰਨੀ ਸੁਣ ਕੇ ਹਿਰਨ ਵਰਗੀਆਂ ਅੱਖਾਂ ਵਾਲੀਆਂ ਗੋਪੀਆਂ ਘਰਾਂ ਨੂੰ ਛੱਡ ਕੇ ਬਨ ਬਨ ਵਿੱਚ ਉਜੜੀਆਂ ਫਿਰਦੀਆਂ ਹਨ। ਸੋਈਆ ਸੀਤ ਭਈ ਰੁੱਤ ਕਾਤਿਕ ਕੀ, ਮੁਨ ਦੇਵ ਚੜਿਓ ਜਲ ਹੋਵੈ ਗਿਓ ਥੋਰੂ। ਕੱਤਕ ਦੀ ਠੰਡੀ ਰੁੱਤ ਆ ਗਈ, ਅਗਸਤ ਤਾਰਾ ਚੜ ਪਿਆ ਹੈ ਅਤੇ ਨਦੀਆਂ ਵਿੱਚ ਪਾਣੀ ਥੋੜਾ ਹੋ ਗਿਆ ਹੈ। ਕਾਨ ਕਿਨਾਰੇ ਕੇ ਫੂਲ ਧਰੇ, ਅਰ ਗਾਵਤ ਬੀਨ ਬਜਾਵਤ ਭੋਰੂ। ਕ੍ਰਿਸ਼ਨ ਨੇ ਕਨੇਰ ਦੇ ਫੁੱਲ ਸਿਰ ਵਿੱਚ ਟੁੰਗੇ ਹੋਏ ਹਨ ਅਤੇ ਸਵੇਰ ਤੋਂ ਬੰਸਰੀ ਵਜਾਉਂਦਾ ਹੋਇਆ ਗੀਤ ਗਾ ਰਿਹਾ ਹੈ। श्याम किधो उपमा तिह की मन, मध्य विचार कबित सो जोरो। श्याम कवि ने उस दी महिमा मन विच विचार के कविता जोड़ी है। मैन उठ्यो जग कै तिन तकै, तन लेत है पेच मनो एह तोरो। मानो उन्हां दे तन विच काम जाग पिया होवे, जां जख्मी सप वलेवें खा रहा होवे। गोपी बाच गोपियां कहदियां हन। सोईया बोलत है मुख ते सब गवारिन, पुण्य करियो इनहू अतिमाई। सारियां गोपियां मुख विचों कहदियां हन, हे माता, ये बंसरी ने कोई वड्डा पुण्य कीता है। जग्या करियो के करियो तप तीरथ, गंधर्व ते इनकै सिछ पाई। ਜਾਂ ਯੱਗ ਕੀਤਾ ਹੈ, ਜਾਂ ਤਪ ਕੀਤਾ ਹੈ, ਜਾਂ ਤੀਰਥ ਇਸ਼ਨਾਨ ਕੀਤਾ ਹੈ, ਜਾਂ ਇਸ ਨੇ ਕਿਸੇ ਗੰਧਰਵ ਤੋਂ ਸਿੱਖਿਆ ਪਾਈ ਹੈ। ਕਹਿ ਕੇ ਪੜੀ ਸਿਤ ਬਾਨਹੁ ਤੇ, ਕਿ ਕਿਧੋ ਚਤੁਰਾਨਨ ਆਪ ਬਣਾਈ। ਜਾਂ ਇਹ ਕਾਮਦੇਵ ਪਾਸੋਂ ਪੜੀ ਹੈ, ਜਾਂ ਬ੍ਰਹਮਾ ਨੇ ਆਪ ਬਣਾਇਆ ਹੈ। श्याम कहै उपमा तिह की, ਇਹ ਤੇ ਹਰਿ ਓਠਣ ਸਾਥ ਲਗਾਈ। श्याम कवि ਉਸ ਦੀ ਉਪਮਾ ਕਰਦਿਆਂ ਕਹਿੰਦੇ ਹਨ
कि इसे करके उस ਨੂੰ ਕ੍ਰਿਸ਼ਨ ਨੇ ਆਪਣੇ ਹੋਠਾਂ ਨਾਲ ਲਗਾਇਆ ਹੈ। ਇਹ ਗੋਪੀਆਂ ਮੁਰਲੀ ਦੀ ਉਸਤ ਕਰਦੀਆਂ ਨੇ। ਸੁਤ ਨੰਦ ਬਜਾਵਤ ਹੈ ਮੁਰਲੀ, ਉਪਮਾ ਤਿਹ ਕੀ ਕਬ ਸ਼ਿਆਮ ਗਨੋ। ਨੰਦ ਦਾ ਪੁੱਤਰ ਕ੍ਰਿਸ਼ਨ ਮੁਰਲੀ ਵਜਾਉਂਦਾ ਹੈ, ਉਸ ਦੀ ਉਪਮਾ ਸ਼ਿਆਮ ਕਵੀ ਵਿਚਾਰਦੇ ਹਨ। ਤਿਹ ਕੀ ਧੁਨ ਕੋ ਸੁਨ ਮੋਹ ਰਹੇ, ਮੁਨ ਰੀਝਤ ਹੈ ਸੋ ਜਨੋ ਰੋਕਨੋ। ਉਸ ਦੀ ਆਵਾਜ਼ ਸੁਣ ਕੇ ਜਣਾ ਖਣਾ ਮੋਹਿਤ ਹੋ ਜਾਂਦਾ ਹੈ ਅਤੇ ਰੀਝ ਪੈਂਦਾ ਹੈ। ਤਨ ਕਾਮ ਭਰੀ ਗੁਪਿਆ ਸਭ ਹੀ, ਮੁਖ ਤੇ ਇਹ ਭਾਤਨ ਜਵਾਬ ਬਨੋ। ਸਾਰੀਆਂ ਗੋਪੀਆਂ ਦਾ ਤਨ ਕਾਮ ਨਾਲ ਭਰ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਮੂੰਹ ਤੋਂ ਜਵਾਬ ਕਹਿੰਦੀਆਂ ਹਨ। ਮੁਖ ਕਾਨ ਗੁਲਾਬ ਕੋ ਫੂਲ ਪਇਓ, ਇਹ ਨਾਲ ਗੁਲਾਬ ਚੁਆਤ ਮਨੋ। ਕ੍ਰਿਸ਼ਨ ਦਾ ਮੂੰਹ ਗੁਲਾਬ ਦਾ ਫੁੱਲ ਹੈ ਅਤੇ ਬੰਸਰੀ ਰੂਪੀ ਨਾਲ ਤੋਂ ਅਰਕ ਚੋਂਦਾ ਹੈ। ਮੋਹ ਰਹੇ ਸੁਨ ਕਹਿ ਧੁਨ ਕਉ, ਮ੍ਰਿਗ ਮੋਹ ਪਸਾਰ ਗੇ ਖਗ ਪੈ ਪਖਾ। ਬੰਸਰੀ ਦੀ ਧੁਨ ਸੁਣ ਕੇ ਮ੍ਰਿਗ ਮੋਹਿਤ ਹੋ ਰਹੇ ਹਨ ਅਤੇ ਪੰਛੀ ਵੀ ਮੋਹਿਤ ਹੋ ਕੇ ਖੰਭ ਖਿਲਾਰ ਰਹੇ ਹਨ। ਨੀਰ ਬਹਿਓ ਜਮੁਨਾ ਉਲਟੋ, ਪਿਖ ਕਹਿ ਤੇ ਕੋ ਨਰ ਖੋਲ ਰੇ ਚਖਾ। ਜਮਨਾ ਦਾ ਪਾਣੀ ਵੀ ਮੋਹਿਤ ਹੋ ਕੇ ਉਲਟਾ ਵਗ ਰਿਹਾ ਹੈ। ਉਸ ਨੂੰ ਵੇਖ ਕੇ ਵਿਅਕਤੀ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਸ਼ਿਆਮ ਕਹੈ ਤਿਨ ਕੋ ਸੁਨ ਕੈ, ਬਛੜਾ ਮੁਖ ਤੇ ਕਛੁ ਨਾ ਚੁਗੈ ਕੱਖਾ। ਸ਼ਿਆਮ ਕਵੀ ਕਹਿੰਦੇ ਹਨ, ਉਸ ਨੂੰ ਸੁਣ ਕੇ ਵੱਛੇ ਵੀ ਮੋਹਿਤ ਹੋ ਰਹੇ ਹਨ, ਮੂੰਹ ਨਾਲ ਘਾਹ ਖਾਣਾ ਵੀ ਭੁੱਲ ਗਏ ਹਨ। ਛੋੜ ਚਲੀ ਪਤਨੀ ਆਪਣੇ ਪਤੀ, ਤਾਰਕ ਹੋਵੇ ਜਿਮ ਡਾਰਤ ਲਖਾ। ਇਸਤਰੀਆਂ ਆਪਣੇ ਪਤੀਆਂ ਨੂੰ ਛੱਡ ਕੇ ਕ੍ਰਿਸ਼ਨ ਵੱਲ ਤੁਰ ਪਈਆਂ ਹਨ, ਜਿਵੇਂ ਤਿਆਗੀ ਹੋਣ ਤੇ ਕੋਈ ਵਿਅਕਤੀ ਲੱਖਾਂ ਰੁਪਏ ਸੁੱਟ ਦਿੰਦਾ ਹੈ। ਕੋਕਿਲ ਕੀਰ ਕੁਰੰਗਨ ਕੇਹਰ, ਮੈਨ ਰਹਿਓ ਹੋਇ ਕੈ ਮਤਵਾਰੂ। ਕੋਇਲ ਤੋਤਾ ਹਿਰਨ ਸ਼ੇਰ ਅਤੇ ਕਾਮਦੇਵ ਕ੍ਰਿਸ਼ਨ ਦੇ ਰੂਪ ਨੂੰ ਵੇਖ ਕੇ ਮਤਵਾਲੇ ਹੋ ਗਏ ਹਨ। ਰੀਝ ਰਹੇ ਸਭ ਹੀ ਪੁਰਕੇ ਜਨ, ਆਨਨ ਪੈ ਇਹ ਤੈ ਸਸਿਹਾਰੋ। ਸਾਰੇ ਸ਼ਹਿਰ ਵਾਸੀ ਪ੍ਰਸੰਨ ਹੋ ਰਹੇ ਹਨ। ਇਸ ਦੇ ਮੁਖੜੇ ਦੀ ਸੁੰਦਰਤਾ ਅੱਗੇ ਚੰਦਰਮਾ ਵੀ ਹੀਣਾ ਹੋ ਰਿਹਾ ਹੈ। ਆਓ ਇਹ ਕੀ ਮੁਰਲੀ ਜੋ ਬਜੈ ਤੇ ਉਪਰ ਰਾਗ ਸਬੈ ਫੁਨ ਵਾਰੋ। ਇਸ ਦੀ ਜਦੋਂ ਮੁਰਲੀ ਵੱਜਦੀ ਹੈ ਤਦ ਉਸ ਉੱਤੇ ਸਾਰੇ ਰਾਗ ਵਾਰਨੇ ਹੁੰਦੇ ਹਨ। ਨਾਰਦ ਜਾਤ ਥਕੈ ਇਹ ਤੈ ਬੰਸੁਰੀ ਜੋ ਬਜਾਵਤ ਕਾਨਰ ਕਾਰੋ। ਕਾਲਾ ਕਾਨ ਇਸ ਤਰ੍ਹਾਂ ਦੀ ਮੁਰਲੀ ਵਜਾਉਂਦਾ ਹੈ ਕਿ ਜਾਂਦਾ ਹੋਇਆ ਨਾਰਦ ਵੀ ਮਾਤ ਪੈ ਜਾਂਦਾ ਹੈ। ਲੋਚਨ ਹੈ ਮ੍ਰਿਗ ਕੇ ਕਟ ਕੇ ਹਰ, ਨਾਕ ਕਿਧੋ ਸੁਖ ਸੋ ਤਿਹ ਕੋ ਹੈ। ਉਸ ਦੀਆਂ ਹਿਰਨ ਵਰਗੀਆਂ ਅੱਖਾਂ, ਸ਼ੇਰ ਵਰਗਾ ਲੱਕ ਅਤੇ ਤੋਤੇ ਦੇ ਸਮਾਨ ਨੱਕ ਹੈ। ਗਰੀਬ ਕਪੋਤ ਸੀ ਹੈ ਤਿਹ ਕੀ, ਅਧਰਾ ਪੀਆ ਸੇ ਹਰਿ ਮੂਰਿਤ ਜੋ ਹੈ। ਉਸ ਦੀ ਗਰਦਨ ਕਬੂਤਰ ਵਰਗੀ ਤੇ ਹੋਠ ਅੰਮ੍ਰਿਤ ਸਮਾਨ ਹਨ। ਕੋਇਲ ਅਤੇ ਹਰੀਅਲ ਵਰਗੇ ਮਿੱਠੇ ਬਚਨ ਹਨ। ਕੋਕਿਲ ਔ ਪਿਕ ਸੇ ਬਚਨਾਮ੍ਰਿਤ, ਸ਼ਿਆਮ ਕਹੈ ਕਵਿ ਸੁੰਦਰ ਸੋ ਹੈ। ਸ਼ਿਆਮ ਕਵੀ ਕਹਿੰਦੇ ਹਨ ਕਿ ਕਿਸ ਤਰ੍ਹਾਂ ਸੁੰਦਰ ਢੰਗ ਨਾਲ ਕ੍ਰਿਸ਼ਨ ਸੋਭਦਾ ਹੈ। ਪੈ ਇਹ ਤੇ ਲੱਜ ਕੈ ਅਬ ਬੋਲਤ, ਮੂਰਤ ਲੈਨ ਕਰੈ ਖਗ ਰੋ ਹੈ। ਹੁਣ ਇਹ ਸਾਰੇ ਲੱਜਾਵਾਨ ਹੋ ਕੇ ਬੋਲਦੇ ਹਨ ਅਤੇ ਇਹ ਪੰਛੀ ਇਸ ਕਰਕੇ ਰੋਹ ਕਰ ਰਹੇ ਹਨ ਕਿ ਕ੍ਰਿਸ਼ਨ ਨੇ ਸਾਡੇ ਅੰਗ ਚੁਰਾ ਲਏ ਹਨ ਅਤੇ ਸਾਡੀ ਸ਼ਕਲ ਨੂੰ ਵੀ ਚੁਰਾ ਲਿਆ ਹੈ। ਫੂਲ ਗੁਲਾਬ ਨ ਲੇਤ ਹੈ ਤਾਬ, ਸਹਾਬ ਕੋ ਆਬ ਹੋਵੈ ਦੇਖ ਖਿਸਾਨੋ। ਉਸ ਨੂੰ ਸਹਿਣ ਦੀ ਗੁਲਾਬ ਦੇ ਫੁੱਲ ਵਿੱਚ ਤਾਬ ਨਹੀਂ ਅਤੇ ਸ਼ਹਾਬ ਦੀ ਆਬ ਵੀ ਵੇਖ ਕਰਕੇ ਸ਼ਰਮਿੰਦੀ ਹੁੰਦੀ ਹੈ। ਪੈ ਕਮਲਾ ਦਲ ਨਰਗਸ ਕੋ ਗੁਲ, ਲੱਜਤ ਹੋਵੈ ਫੁਨ ਦੇਖਤ ਤਾਨੋ। ਕਮਲ ਦੇ ਪੱਤੇ ਅਤੇ ਨਰਗਸ ਦੇ ਫੁੱਲ ਵੀ ਉਸ ਨੂੰ ਵੇਖਦਿਆਂ ਹੀ ਲੱਜਤ ਹੁੰਦੇ ਹਨ। ਸ਼ਿਆਮ ਕਿਧੋ ਆਪਣੋ ਮਨ ਮੈਂ, ਬਰਤਾ ਗਨ ਹੈ ਕਵਿਤਾ ਏਠਾਨੋ।
अथवा श्याम कवि अपने मन विच श्रेष्ठता जान के एक कविता कर रहा है। देखन को इनके सम पूरब पश्चिम डोलै लह नह आनो। इस दे समान देखण लई पूरब तो पश्चिम तक फिरदा रहा है, पर कोई भी नहीं मिलिया। मंघर मैं सब ही गुपिया मिल पूजत चंड पत्ते हर कीजै। मगर ਦੇ ਮਹੀਨੇ ਵਿੱਚ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਪਤੀ ਵਜੋਂ ਗ੍ਰਹਿਣ ਕਰਨ ਲਈ ਦੁਰਗਾ ਨੂੰ ਪੂਜਦੀਆਂ ਹਨ। ਪ੍ਰਾਤ ਸਮੇਂ ਜਮੁਨਾ ਮਧ ਨਾਵਤ ਦੇਖ ਤਿਨੈ ਜਲ ਜੰਗ ਮੁਖ ਲਾਜੈ। ਪ੍ਰਭਾਤ ਵੇਲੇ ਜਮਨਾ ਵਿੱਚ ਨਹਾਉਂਦੀਆਂ ਹਨ, ਜਿਨ੍ਹਾਂ ਦੇ ਮੂੰਹ ਨੂੰ ਵੇਖ ਕੇ ਕਮਲ ਫੁੱਲ ਸ਼ਰਮਸਾਰ ਹੁੰਦਾ ਹੈ। गावत गीत बिलावल में जुर बाहन श्याम कथा ਇਹ ਸਾਜ ਹੈ। ਉਹ ਬਿਲਾਵਲ ਰਾਗ ਵਿੱਚ ਗੀਤ ਗਾਉਂਦੀਆਂ ਹਨ ਅਤੇ ਬਾਹਾਂ ਵਿੱਚ ਬਾਹਾਂ ਪਾ ਕੇ ਸ਼ਿਆਮ ਦੇ ਗੀਤ ਗਾਉਂਦੀਆਂ ਹਨ। ਅੰਗ ਅਨੰਗ ਬੜਿਓ ਤਿਨਕੇ ਪਿਖ ਕਹਿ ਜਿਹ ਲਾਜ ਕੋ ਭਾਜਨ ਭਾਜੈ। ਉਹਨਾਂ ਦੇ ਸਰੀਰ ਵਿੱਚ ਕਾਮ ਵੱਧ ਗਿਆ ਹੈ, ਇਸ ਲਈ ਉਹਨਾਂ ਦੇ ਹਾਵ ਭਾਵ ਵੇਖ ਕੇ ਲੱਜਾ ਦੇ ਭਾਂਡੇ ਵੀ ਭੱਜ ਜਾਂਦੇ ਹਨ। ਗਾਵਤ ਗੀਤ ਬਿਲਾਵਲ ਮੈਂ ਸਭ ਹੀ ਮਿਲ ਗੋਪਿਨ ਉਜਲਕਾਰੀ। ਗੋਰੀਆਂ ਅਤੇ ਕਾਲੀਆਂ ਸਾਰੀਆਂ ਗੋਪੀਆਂ ਮਿਲ ਕੇ ਬਿਲਾਵਲ ਰਾਗ ਵਿੱਚ ਗੀਤ ਗਾਉਂਦੀਆਂ ਹਨ। ਕਾਨਰ ਕੋ ਭਰਤਾ ਕਰਬੇ ਕਹੋ ਬਾਛਤ ਹੈ ਪਤਲੀ ਅਰ ਭਾਰੀ। ਪਤਲੀਆਂ ਤੇ ਮੋਟੀਆਂ ਸਾਰੀਆਂ ਹੀ ਕ੍ਰਿਸ਼ਨ ਨੂੰ ਭਰਤਾ ਬਣਾਉਣ ਦੀ ਇੱਛਾ ਕਰਦੀਆਂ ਹਨ। श्याम करੈ तिनके मुख कौपिक जोत कला सस की फुन्यहारी। श्याम कवि कहते हैं उन्हां दे मुख नूं वेख के चंद्रमा की कला हार गई है। नावत है जमुना जल में जन फूल रही गिरह में फुलवारी। जमुना के जल विच इंज नहा रही हन मानो घर विच ही फुलवाड़ी खिड़ी हुई होवे। नावत है गुपिया जल में तिनके मन में फुनहौल न को। जमुना के जल विच गोपियां नहाउंदियां हन पर उन्हां दे मन विच कोई खौफ नहीं है। गुण गावत ताल बजावत है तिह जाए किदो एक ठौलन को। कृष्ण दे गुण गाउंदियां हन ते ताड़ियां मारदियां हन अते उत्थे जाके इकट्ठियां हो जांदियां हन। मुख ते उच्चरै ए भात सब है इतनो सुख ना हरि धौलन को। सारियां मूँह इस तरह उचारदियां हन कि इंद्र दे महलों विच भी इन्ना सुख नहीं है। कभी श्याम विराजित है आते सही एक बनियो सर सुंदर कौलन को। श्याम कवि कहते हैं वो जमुना विच सुंदरता सहित विराजदियां हन। इउं प्रतीत होंदा है मानो एक कौल फुल्लां दा तला होवे। गोपी बाच देवी जूसो। गोपियां देवी जी नूं कहंदियां हन। सोईया लै अपने कर जो मिटिया तिह थाप कहै मुख ते जो भवानी। अपने हाथ विच मिट्टी लैके उस नूं थपदियां होईयां कहंदियां हन कि हे देवी। भवानी दा अर्थ है देवी। पाए परै तिह के हित सो कर कोट प्रणाम कह ਇਹ ਬਾਣੀ। प्रेम नाल उस दे पैरी पैंदियां हन, करोड़ां वार प्रणाम करके मूँह ये गल कहंदियां हन। पूजत है यह तो हम तो तुम देहो वह जीव मैं हम ठानी। हे दुर्गा असी तेनू इस करके पूजदियां हाँ कि असां दिल विच जो धारिया होया है सानू उही वर दिओ। हवै हमरो भरता हर जी मुख सुंदर है जे को सस सानी। कृष्ण साडा पति होवे जिस दा मुँह चंद्रमा दे समान सुंदर है। भाल लगावत केसर अछत चंदन लावत है सित कै। दुर्गा दी मूरत दे मत्थे उत्ते केसर दे चावल लाउंदियां हन अते सफेद चंदन रगड़ के लगाउंदियां हन।
फुन डारत फूल उडावत है मखिया ते की अत ही हित कै। फिर उस उत्ते फुੱਲ चढ़ाਉਂਦੀਆਂ ਹਨ ਅਤੇ ਬਹੁਤ ਹਿੱਤ ਨਾਲ ਮੱਖੀਆਂ ਉਡਾਉਂਦੀਆਂ ਹਨ। ਪੱਟ ਧੂਪ ਪਚਾਮ੍ਰਿਤ ਦਛਨਾ ਪਾਨ ਪ੍ਰਦਛਨਾ ਦੇਤ ਮਹਾ ਚਿਤ ਕੈ। ਕੱਪੜੇ ਧੂਪ ਕੜਾਹੀ ਦਛਨਾ ਤੇ ਪਾਨ ਆਦਿਕ ਭੇਟਾ ਚੜਾ ਕੇ ਚਿੱਤ ਦੀ ਪੂਰੀ ਚਾਹ ਨਾਲ ਪ੍ਰਦਖਣਾ ਕਰਦੀਆਂ ਹਨ। ਬਰਬੇ ਕਹੋ ਕਾਨ ਉਪਾਉ ਕਰੈ ਮਿਤ ਹੋ ਸੋ ਤਾਤ ਕਿਦੋ ਕਿਤ ਕੈ। श्री कृष्ण ਨੂੰ ਵਰਨ ਲਈ ਅਥਵਾ ਮਿੱਤਰ ਵਜੋਂ ਗ੍ਰਹਿਣ ਕਰਨ ਲਈ ਗੋਪੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ। ਗੋਪੀ ਬਾਚ ਦੇਵੀ ਜੂਸੋ। ਗੋਪੀਆਂ ਦੇਵੀ ਜੀ ਪ੍ਰਤੀ ਕਹਿੰਦੀਆਂ ਹਨ, ਕਬਿਤ दैत संघारनी पतित लोक तारनी सुसंकट निवारनी की ऐसी तू सकत है। हे देवी, तू दैंतां नूं मारन वाली, पतितां नूं तारन वाली, संकटां नूं निवारन वाली अजिही शक्तिवर है। बेदन उधारनी सुरिंदर राजकारनी पै गौर जा की जागै जोत और जानकत है। वेदां दा उद्धार करन वाली है, इंद्र तो राज कराउण वाली है। दुर्गा दी जोत जगत विच लट लट करके जग रही है। तू मैं ना धारा मैं ना ध्यान धारी मैं पै कछु जैसे तेरे जोत बीच आनन छकत है। इस दे मुख दा उजल आकाश विच नहीं, धरती उत्ते नहीं अते ना ही ध्यान करन वाले पुरुष विच कुछ दिसदा है। जिस तरह का प्रकाश तेरे मुंह उत्ते शोभ रहा है। दिनस दिनेश में दीवान में सुरेश में सुपत महेश जोत तेरी ऐ जगत है। जिवें दिन विच सूरज दा देवतियां दे दरबार विच बैठे हो इंद्र दा भैरवां विचों महादेव दा प्रकाश है, इसे तरह तेरी जोत जगत विच जगमग कर रही है। बिनती करत सब गोपी कर जोर जोर सुन लिहो बिनती हमारी ए चंडिका। सारियां गोपियां हथ जोड़ के बेनती करदियां होइयां कहंदियां हन, हे चंडिका साडी ए बेनती सुन लवो। सुर तै उबारे कोट पतत उधारे चंड मुंड मुंड डारे सुंभ निसुंभ की खंडिका। तू ही देवतियां नूं उबारिया सी, करोड़ां ही पापियां नूं तारिया सी, चंड ते मुंड दा सिर ला सुटिया सी अते सुंभ निसुंभ नूं खंड खंड कीता सी। दीजै माग्यो दान होवै प्रतक्ष कह मेरी माई पूजे हम तुम्हें नाही पूजै सुत गंडका। फिर कहंदियां हन, हे साडी माता प्रतख हो के मूँह मंगिया दान दिओ, असी सदा तेरी पूजा करांगियां, ठाकुर दी पूजा नहीं करांगियां। होवै कर प्रसन्य ताको कहो शीघ्र मान दीनो वह बार दान फुन रानन की मंडिका। उसे वेले प्रसन्न होके युद्धां नूं मंडित करन वाली देवी ने उन्हां नूं छेती नाल कहा, तुहाडा कहा मन के मैं तुहानूं उही वार दान दिता है। देवी जी बाच गोपिन सो। देवी ने गोपियां नूं कहा, सोईया होवै भरता अब सो तुमरो हरि दान इह दुर्गा तिन कीना। ओ कृष्ण हुण तुहाडा पति होवेगा। दुर्गा ने उन्हां गोपियां नूं इह वरदान दिता। सो धुन सरौनन मैं सुन कै तिन कोट प्रणाम तबै उठ कीना। उन्हां ने इस आवाज नूं कन्नां नाल सुन के उसे वेले उठ के दुर्गा नूं करोड़ां वार प्रणाम कीता। ता छबिको जस उच्च महाकवि ने अपने मन में फुन चीना। उस वेले दी छवि दे महान यश नूं कवि ने अपने मन विच इस तरह विचारिया है। इनको मन कानर में औ जो पै रस कानर के संग पीना। कि इन्हां दा मन कृष्ण विच रम गया है ते कान दे रस विच ही भिज गया है। पाए परी तेके तब ही सब भात करी बहु ताही बढ़ाई। सारियां गोपियां उसे वेले देवी दे चरनी पै गईयां अते सब तरह नाल दुर्गा दी बहुत वडियाई कीती। हे जग की करता हरता दुख होवै सब तू गन गंधर्व माई।
कि हे माता, तू जगत दी करता है अते सारे दुखां नूं नष्ट करन वाली है। सारे गुण गंधर्व तेरे ही रूप हन। ता छब की अत ही उपमा कवि ने मुख ते इम भाख सुनाई। उस अत अधिक शोभा दी उपमा नूं कवि ने मुख तो इस तरह नाल कह के सुनाया। लाल भई तब ही गोपिया फुन बात जबै मन बाछत पाई। कि गोपियां उसे वेले खुशी नाल लाल हो गईयां जद कि उन्हां दा मन इच्छत गल पूरी हो गई। लै बरदान सबै गोपिया अत आनंद कै मन डेरन आई। वरदान लैके सारियां गोपियां मन विच बड़ियां आनंदित हो के घरां नूं आ गईयां। गावत गीत सभै मिल कै इक होवै के प्रसन्य सुदेत बधाई। सारियां मिल के गीत गाउंदियां हन ਅਤੇ कोई एक प्रसन्न हो के दूजी नूं ਵਧਾਈ दिंदी है। पातन साथ खरी तिन की उपमा कब ने मुख ते इम गाई। ਉਹ ਸਾਰੀਆਂ पंक्ति बना के खड़ियां ਹਨ। ਉਹਨਾਂ ਦੀ उपमा कवि ने मुख तो इस तरह कही है। मानो पाए निशापत को सर मध्य खिरी कविया धुरताई। मानो चंद्रमा नूं प्राप्त करके तलाब विच एक पासे तो दूजे पासे तक कमियां खिड़ियां होईयां होण। प्रात भए जमुना जल में मिल धाए गई सब ही गोपिया। सवेर होण ते सारियां गोपियां मिल के जमुना दे जल विच तुर पईयां। मिल गावत गीत चली तिह जा कर आनंद भामन मैं कुपिया। सब इकट्ठियां इस्त्रियां होके गीत गाउंदियां उधर नूं चल पईयां अते खुशी नाल फुल्लियां नहीं समाउंदियां। तब ही फुन कान चले तिह जा जमुना जल को फुन जा जो पिया। उसे वेले कृष्ण भी उत्थे चले गए अते जाके जमुना तो पानी पीता। सो देख तबै भगवान कहे नह बोलो री कर हो चुपिया। कृष्ण दे आउण ते सब चुप हो गईयां। उन्हां नूं वेख के कृष्ण ने कहा, ओए बोलदियां नहीं चुप कर गईयां हो। अथ चीर कथनन। हुण चीर हरण प्रसंग दा कथन। ये चीर हरण वाला जिहड़ा है ये भी 10वें सकंद दे विचों 22वां अध्याय है। उत्थे लिखिया होया अथ द्वाविंशोस अध्याय चीर हरण। उत्थे उहदे 38 श्लोक ने ते उहदा एक किस्म दा उल्था है। इहदे विच उसे तरह लिखिया होया। अगे जाके तो उसे तरह वो लफ्ज भी लिखे हुए ने, मैं अगे आप जी नूं दसांगा। सोईया नावन लाग जबै गुपिया तब लै पटकान चरियो तारु ऊपै। जदों गोपियां नहाउण लगियां तदों कृष्ण उन्हां दे कपड़े लैके बृछ उत्ते चढ़ गया। तो मुस्क्यान लगी मध्य आपन कोई पुकार करे हरि जूपै। तद वो आपो विच मुस्कुराउण लग पईयां पर कोई कृष्ण पास पुकार करन लग पई। चीर हरे हमरे छल सो तुम सो ठग नाहि किधो को भूपै। कहने लगी, हे कृष्ण तू छल नाल साडे कपड़े चुरा लए हन। धरती उत्ते तेरे वर्गा कोई ठग नहीं। हाथन साथ सो सारी हरी दृग साथ हरो हमरो तुम रूपै। हत्थां नाल तू साडियां साड़ियां चुरा लईयां हन अते अखां नाल साडे रूप नूं चुरा रहा है। गोपी बाच कान जूसो। गोपी ने कृष्ण नूं कहा, सोईया श्याम कहियो मुख ते गोपिया ए कान सिखे तुम बात भली है। श्याम कवि कहते हैं, गोपी ने मुंह तो इस तरह कहा, हे कान
तू ये बड़ी चंगी गल सीखी है। नंद की ओर बिखो तुम हूं दिखो, भ्रात की ओर की नाम हली है। तू अपने पिता नंद वल वेख जिसका नाम हली है, उस भरा वल वेख कि वह किस तरह के भले पुरुष हैं ते तू किस तरह का शरारत कर लग पिया है। चीर हरे हमरे छलसो सुन मार डरै तुम कंस बली है। तू साडे कपड़े छल नाल हर लए हन। बलवान कंस ये गल सुन के तेनू मार देवेगा। को मर है हमको तुमरो नृप तोर डरै जिम कौल कली है। अगों कृष्ण ने कहा मैनू कौन मारेगा, तुहाडे राजे कंस नू कमल दी कली वांग तोड़ सुटांगा। कान बाच गोपी सो, कृष्ण ने गोपी नू कहा। सुवैया कान कही तिनको यह बात ना दियो पट हो, निकरियो बिन तो को। कृष्ण ने उसनू ये गल कही कि पानी तो निकले बिना मैं तेनू कपड़े नहीं देवांगा। क्यों जल बीच रही छपकै तन काहे कटावत हो पह जो को। तू पानी विच लुक के क्यों खड़ोती है अति शरीर नू जोकां कोलों क्यों कटवा रही है। नाम बतावत हो नृप को तिह को फुन नाहे कछु दारू मोको। डराउन लगी जिस राजे कंस दा नाम दस रही है, उसदा मैनू रति जिन्ना भी डर नहीं है। केसन ते गह कै तप की अग्नि मद ईंधन जो उहे चोको। बलदी हुई अग विच लकड़ सुटन वांग उस कंस नू केसां तो फड़ के अग विच सुट दियांगा। रूख चरे हर जी रिज कै मुख ते जब बात कही एह तासो। जद कृष्ण ने उसनू ये गल कही तां मौज विच आके बृछ उत्ते होर भी उपर नू चढ़ गया। तो रिस बात कही उन्हू एह जाए कह तुहे मात पिता सो। तद गुस्से हो के उन्हां गोपियां ने ये गल कही कि असी तेरे माता पिता नू जाके दसांगियां। जाए कहो यह कान कही मन है तुमरो कहबे कहो जासो। अगू कृष्ण ने उन्होंने कहा तुहाडे मन विच जिसनू भी कहना है बेशक जाके कह दियो। जो सुन को कह हमको ते यह तो हम हूं समझे फुनवासो। तुहाडी गल सुन के जे मैनू कोई कुछ कहेगा तां फिर मैं आप ही उस नाल निबड़ लवांगा। कान बाज कृष्ण ने कहा सुवैया देयु बिना निकरै नह चीर कहो हस कान सुनो तुम प्यारी। कृष्ण ने हस के कहा हे प्यारी तुसी सुन लवो कि पानी विचों निकले बिना मैं कदे भी कपड़े नहीं दियांगा। सीत सहो जल में तुम नाहक बाहर आवो गोरी औकारी। हे गोरी अते काली तुसी व्यर्थ ही पानी विच खड़ोतियां ठंड सह रहियां हो, तुरत बाहर आ जाओ। दे अपने अगुआ पिछुआ कर बाज तजो पतली अर भारी। मैनू क्षमा करना क्योंकि ये पढ़न बिना मसला हल नहीं सी, मैनू समझ नहीं सी आ रही ते दास उही पढ़ रहा जो ये विच लिखिया है। ये 255वां पदा है कृष्णा अवतार दा। दे अपने अगुआ पिछुआ कर बार तजो पतली अर भारी। हे मोटियो अति पतलियो तुसी अपने अगे ते पिछे हाथ रख के पानी तो बाहर आ जाओ। यो नह देओ कहो हर जी तस्लीम करो कर जोर हमारी। बाहर आउण ते कृष्ण ने कहा इस तरह कपड़े नहीं देवांगा, पहला दोवें हाथ जोड़ के मैनू प्रणाम करो। फिर कही हर जी 300 रिज कै यह बात सुनो तुम मेरी। कृष्ण ने फिर रीझ के कहा हे गोपियो तुसी मेरी ये गल सुनो। जोर प्रणाम करो हमरो कर लाज की काट सभै तुम बेरी।
ਤੁਸੀਂ ਲਾਜ ਦੀ ਬੇੜੀ ਕੱਟ ਕੇ ਸੁੱਟ ਦਿਓ ਅਤੇ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ। ਬਾਰ ਹੀ ਬਾਰ ਕਹਿਓ ਤੁਮ ਸੋ ਮੋਹਿ ਮਾਨੋ ਸ਼ਿਘਰ ਕਿਦੋ ਇਹ ਹੇਰੀ। ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਹਾਂ, ਅੜਿਓ ਛੇਤੀ ਨਾਲ ਮੇਰਾ ਕਿਹਾ ਮੰਨ ਜਾਓ। ਨਾ ਤੁਰ ਜਾਏ ਕਹੋ ਸਭ ਹੀ ਪਹਿ, ਸੌ ਲੱਗੈ ਫੁਨ ਠਾਕੁਰ ਕੇ। ਨਹੀਂ ਤਾਂ ਮੈਂ ਸਭ ਕੋਲ ਜਾ ਕੇ ਤੁਹਾਡੀਆਂ ਗੱਲਾਂ ਕਹਾਂਗਾ, ਮੈਨੂੰ ਠਾਕੁਰ ਦੀ ਸਹੁੰ ਹੈ। ਗੋਪੀ ਬਾਚ ਕਾਨ ਸੋ। ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ, ਸਵਈਆ ਜੋ ਤੁਮ ਜਾਏ ਕਹੋ ਤਿਨ ਹੀ ਪੈ, ਤੋ ਹਮ ਬਾਤ ਬਨਾਵਹਿ ਐਸੀ। ਜੇ ਤੂੰ ਜਾ ਕੇ ਉਹਨਾਂ ਲੋਕਾਂ ਨੂੰ ਸਾਡੇ ਬਾਰੇ ਕਹੇਗਾ, ਤਦ ਅਸੀਂ ਇਸ ਤਰ੍ਹਾਂ ਦੀ ਗੱਲ ਬਣਾ ਕੇ ਸੁਣਾਵਾਂਗੀਆਂ। ਚੀਰ ਹਰੇ ਹਮਰੇ ਹਰ ਜੀ ਦਈ ਬਾਰ ਤੇ ਨਿਆਰੀ ਕੱਢੈ ਹਮ ਕੈਸੀ। ਕਿ ਕ੍ਰਿਸ਼ਨ ਨੇ ਸਾਡੇ ਕੱਪੜੇ ਚੁਰਾ ਲਏ ਸਨ ਅਤੇ ਕਹਿੰਦਾ ਹੈ, ਪਾਣੀ ਤੋਂ ਬਾਹਰ ਨਿਕਲ ਆਓ। ਹਾਏ ਰੱਬਾ, ਅਸੀਂ ਬਾਹਰ ਕਿਸ ਤਰ੍ਹਾਂ ਨਿਕਲੀਏ। ਭੇਦ ਕਹਿ ਸਭ ਹੀ ਜਸੁਧਾ ਪਹਿ, ਤੋਹੇ ਕਰੈ ਸ਼ਰਮਿੰਦਤ ਵੈਸੀ। ਤੇਰੀ ਮਾਤ ਜਸ਼ੋਦਾ ਕੋਲ ਸਾਰਾ ਭੇਦ ਕਹਿ ਦੇਵਾਂਗੀਆਂ ਅਤੇ ਉਸ ਤਰ੍ਹਾਂ ਸ਼ਰਮਿੰਦਾ ਕਰਾਵਾਂਗੀਆਂ। ਜੋ ਨਰ ਕੋ ਗਹਿ ਕਹਿ ਤਿਰਿਆ ਹੂੰ, ਸੋ ਮਾਰਤ ਲਾਤਨ ਮੂਕਣ ਜੈਸੀ। ਜਿਸ ਤਰ੍ਹਾਂ ਛੇੜਖਾਨੀ ਕਰਨ ਵਾਲੇ ਪੁਰਸ਼ ਨੂੰ ਇਸਤਰੀ ਫੜ ਕੇ ਲੱਤਾਂ ਮੁੱਕੀਆਂ ਮਾਰ ਕੇ ਕਰਦੀ ਹੈ। ਕਾਨਬਾਜ। ਕ੍ਰਿਸ਼ਨ ਨੇ ਕਿਹਾ, ਕਾਨ ਨੇ ਕਿਹਾ, ਦੋਹਰਾ ਬਾਤ ਕਹੀ ਤਬ ਇਹ ਹਰੀ, ਕਾਹੇ ਬੰਧਾਵਤ ਮੋਹੇ। ਤਦ ਕ੍ਰਿਸ਼ਨ ਨੇ ਇਹ ਗੱਲ ਕਹੀ ਕਿ ਤੁਸੀਂ ਮੈਨੂੰ ਕਿਉਂ ਬਣਵਾਉਂਦੀਆਂ ਹੋ। ਨਮਸਕਾਰ ਜੋ ਨਾ ਕਰੋ ਮੋਹੇ ਦੁਹਾਈ ਤੋਹੇ। ਮੈਨੂੰ ਨਮਸਕਾਰ ਨਹੀਂ ਕਰੋਗੀਆਂ ਤਾਂ ਮੈਂ ਤੁਹਾਡੀ ਸਹੁੰ ਲੱਗੇ ਕੱਪੜੇ ਨਹੀਂ ਦੇਵਾਂਗਾ। ਗੋਪੀ ਬਾਚ ਸਵਈਆ। ਗੋਪੀ ਨੇ ਕਿਹਾ, ਕਾਹੇ ਖਿਜਾਵਤ ਹੋ ਹਮਕੋ, ਅਰ ਦੇਤ ਕਹਾ ਜਦੁਰਾਏ ਦੁਹਾਈ। ਹੇ ਯਾਦਵਾਂ ਦੇ ਸੁਆਮੀ, ਤੂੰ ਸਾਨੂੰ ਕਿਉਂ ਖਿਜਾਉਂਦਾ ਹੈ ਅਤੇ ਕਿਉਂ ਸਹੁੰਆਂ ਖਾਂਦਾ ਹੈ। ਜਾ ਬਿਦ ਕਾਰਨ ਬਾਤ ਬਨਾਵਤ, ਸੋ ਬਿਦ ਹਮ ਹੂੰ ਲਖ ਪਾਈ। ਜਿਸ ਕਾਰਨ ਤੂੰ ਇਹ ਗੱਲਾਂ ਬਣਾਉਂਦਾ ਹੈ, ਉਹ ਕਾਰਨ ਅਸੀਂ ਵੀ ਜਾਣ ਲਿਆ ਹੈ। ਭੇਦ ਕਰੋ ਹਮ ਸੋ ਤੁਮ ਨਾਹਕ, ਬਾਤ ਇਹ ਮਨ ਮੈਂ ਤੋਹਿ ਆਈ। ਤੂੰ ਵਿਅਰਥ ਵਿੱਚ ਜੋ ਸਾਡੇ ਤੋਂ ਲੁਕਾ ਕਰਦਾ ਹੈ, ਜੋ ਤੇਰੇ ਮਨ ਵਿੱਚ ਇਹ ਗੱਲ ਹੈ ਨੰਗੇ ਕਰਨ ਦੀ। ਸੌ ਲੱਗੈ ਹਮ ਠਾਕੁਰ ਕੀ, ਜੋ ਰਹਿ ਤੁਮਰੀ ਬਿਨ ਮਾਤ ਸੁਨਾਈ। ਨੰਗੇ ਕਰਨ ਦੀ ਤਾਂ ਸਾਨੂੰ ਵੀ ਠਾਕੁਰ ਦੀ ਸਹੁੰ, ਜੇ ਅਸੀਂ ਤੇਰੀ ਮਾਤਾ ਨੂੰ ਸਾਰੀ ਗੱਲ ਦੱਸੇ ਬਿਨਾਂ ਰਹੀਏ। ਕਾਨ ਬਾਚ ਗੋਪੀਆ ਸੋ। ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ, ਸੋਈਆ ਮਾਂ ਸੁਨ ਹੈ ਤਬ ਕਾ ਕਰ ਹੈ, ਹਮਰੋ ਸੁਨ ਲਿਹੋ ਸਬੈ ਬ੍ਰਿਜ ਨਾਰੀ। ਬ੍ਰਜ ਦੀਆਂ ਸਾਰੀਆਂ ਇਸਤਰੀਆਂ ਸੁਣ ਲਵੋ। ਜੇਕਰ ਮਾਤਾ ਜਸੋਦਾ ਤੁਹਾਡੀਆਂ ਗੱਲਾਂ ਸੁਣ ਲਵੇਗੀ ਤਦ ਉਹ ਮੇਰਾ ਕੀ ਕਰੇਗੀ। ਬਾਤ ਕਹੀ ਤੁਮ ਮੂढ़न ਕੀ, ਹਮ ਜਾਣਤ ਹੈ ਤੁਮ ਹੋ ਸਭ ਬਾਰੀ। ਤੁਸੀਂ ਤਾਂ ਬੇਸਮਝਾਂ ਵਰਗੀ ਗੱਲ ਕਹੀ ਹੈ, ਮੈਂ ਜਾਣਦਾ ਹਾਂ ਤੁਸੀਂ ਸਾਰੀਆਂ ਅਜੇ ਬਾਲੜੀਆਂ ਹੋ। ਸੀਖਤ ਹੋ ਰਸ ਰੀਤ ਅਭੈ, ਇਹ ਕਾਣ ਕਹੀ ਤੁਮ ਹੋ ਮੋਹਿ ਪਿਆਰੀ। ਤੁਸੀਂ ਅਜੇ ਰਸ ਦੀ ਰੀਤੀ ਸਿੱਖਦੀਆਂ ਹੋ, ਪਰ ਕ੍ਰਿਸ਼ਨ ਨੇ ਕਿਹਾ ਤੁਸੀਂ ਸਾਰੀਆਂ ਮੈਨੂੰ ਪਿਆਰੀਆਂ ਹੋ। ਖੇਲਨ ਕਾਰਨ ਕੋ ਹਮ ਹੂੰ, ਜੋ ਹਰੀ ਛਲ ਕੈ ਤੁਮ ਸੁੰਦਰ ਸਾਰੀ। ਮੈਂ ਜੋ ਤੁਹਾਡੀਆਂ ਸਾੜੀਆਂ ਛਲ ਪੂਰੇ ਹੋ ਚੁੱਕੀਆਂ ਹਨ, ਇਸ ਦਾ ਕਾਰਨ ਕੇਵਲ ਹੱਸਣਾ ਖੇਡਣਾ ਹੈ। ਗੋਪੀ ਬਾਚ। ਗੋਪੀਆਂ ਨੇ ਕਿਹਾ, ਸੋਈਆ ਫੇਰ ਕਹੀ ਮੁਖ ਤੇ ਇਮ ਗੋਪਿਨ, ਬਾਤ ਇਸੀ ਮਨ ਨੂੰ ਇਹ ਪੱਟ ਦੈਹੋ। ਗੋਪੀਆਂ ਨੇ ਮੁੜ ਕੇ ਇਹ ਗੱਲ ਮੂੰਹ ਆਖੀ, ਹੈ ਕ੍ਰਿਸ਼ਨ ਜੇਕਰ ਅਜਿਹੀ ਗੱਲ ਮਨ ਵਿੱਚ ਹੈ ਤਾਂ ਸਾਡੇ ਕੱਪੜੇ ਸਾਨੂੰ ਦੇ ਦਿਓ। ਸੌਹ ਕਰੋ ਮੁਸਲੀਧਰ ਕੀ, ਜਸੁਧਾ ਨੰਦ ਕੀ ਹਮਕੋ ਡਰ ਕਹਿਓ। ਅਤੇ ਬਲਰਾਮ ਜਸੋਦਾ ਤੇ ਨੰਦ ਦੀ ਸਹੁੰ ਖਾਓ, ਜੋ ਸਾਨੂੰ ਫਿਰ ਨਹੀਂ ਡਰਾਓਗੇ। ਕਾਨ ਵਿਚਾਰ ਪਿਖੋ ਮਨ ਮੈਂ, ਇਨ ਬਾਤਨ ਤੇ ਤੁਮ ਨਾ ਕਿਛੁ ਪਹਿਓ। ਹੇ ਕ੍ਰਿਸ਼ਨ ਤੂੰ ਆਪਣੇ ਮਨ ਵਿੱਚ ਵਿਚਾਰ ਪੂਰਵਕ ਵੇਖ ਲੈ, ਇਹਨਾਂ ਗੱਲਾਂ ਤੋਂ ਤੈਨੂੰ ਕੁਝ ਨਹੀਂ ਪ੍ਰਾਪਤ ਹੋਣਾ। ਦੇਹੋ ਕਹਿਓ ਜਲ ਮੈਂ ਹਮ ਕੋ, ਇਹ ਦੇਹ ਅਸੀਸ ਸਭੈ ਤੁਹੀ ਜੈ ਹੋ।
ਤੂੰ ਸਾਨੂੰ ਪਾਣੀ ਵਿੱਚ ਹੀ ਬਸਤਰ ਦੇ ਦੇ, ਅਸੀਂ ਸਾਰੀਆਂ ਤੈਨੂੰ ਅਸੀਸਾਂ ਦੇ ਕੇ ਚਲੀਆਂ ਜਾਵਾਂਗੀਆਂ। ਗੋਪੀ ਬਾਚ ਗੋਪੀਆਂ ਨੇ ਕਿਹਾ ਸੋਈਆ। ਫੇਰ ਕਹੀ ਮੁਖ ਤੇ ਮਿਲ ਗੋਪਿਨ, नेह लगै हर जी नहीं जोरी। गोपियां ने मिल के फिर मुंह ये गल कही, हे हरि जी नेहो जोरी नहीं लगदा, नैनन साथ लगै सो नेहो कहे मुख ते ਇਹ ਸਾਵਲ ਗੋਰੀ। ਕਾਲੀਆਂ ਅਤੇ ਗੋਰੀਆਂ ਗੋਪੀਆਂ ਨੇ ਮੂੰਹੋਂ ਇਹ ਆਖਿਆ ਕਿ ਉਹ ਨੇਹੋਂ ਤਾਂ ਅੱਖਾਂ ਰਾਹੀਂ ਲੱਗਦਾ ਹੈ। ਕਾਨ ਕਹੀ ਹੱਸ ਕੈ ਇਹ ਬਾਤ ਸੁਨੋ, ਰਸ ਰੀਤ ਕਹੋ ਮਮ ਹੋਰੀ। ਅੱਗੋਂ ਕ੍ਰਿਸ਼ਨ ਨੇ ਹੱਸ ਕੇ ਇਹ ਗੱਲ ਕਹੀ, ਹੈ ਗੋਪੀਓ ਮੈਂ ਨੇਹੋ ਲਾਉਣ ਦੀ ਰੀਤੀ ਕਹਿੰਦਾ ਹਾਂ, ਤੁਸੀਂ ਸੁਣੋ। ਆਖਣ ਸਾਥ ਲੱਗੈ ਟਕਵਾ ਫੁਨ, ਹਾਥਨ ਸਾਥ ਲੱਗੈ ਸ਼ੁਭ ਸੋਰੀ। ਅੱਖਾਂ ਨਾਲ ਪਹਿਲਾਂ ਟਿਕ ਟਿਕੀ ਲੱਗਦੀ ਹੈ, ਫਿਰ ਨਾਲ ਜੇ ਹੱਥ ਲੱਗ ਜਾਣ ਤਦ ਇਹ ਕੰਮ ਸੰਵਰ ਜਾਂਦਾ ਹੈ। ਫੇਰ ਕਹੀ ਮੁਖ ਤੇ ਗੋਪੀਆ, ਹਮਰੇ ਪਟ ਦੇਹੋ ਕਹਿਓ ਨੰਦ ਲਾਲਾ। ਗੋਪੀਆਂ ਨੇ ਫਿਰ ਮੁਖ ਤੋਂ ਇਹ ਗੱਲ ਕਹੀ, ਹੈ ਨੰਦ ਲਾਲ ਸਾਡੇ ਕੱਪੜੇ ਦੇ ਦਿਓ। ਫੇਰ ਇਸਨਾਨ ਕਰੈ ਨ ਇਹਾ, ਕਹੇ ਹੈ ਹਮ ਲੋਗਨ ਆਛਨ ਵਾਲਾ। ਅਸੀਂ ਮੁੜ ਕੇ ਇਸ ਜਗ੍ਹਾ ਤੇ ਕਦੇ ਵੀ ਨਹੀਂ ਨਹਾਵਾਂਗੀਆਂ ਅਤੇ ਹੋਰਨਾਂ ਲੋਕਾਂ ਅਤੇ ਚੰਗੀਆਂ ਇਸਤਰੀਆਂ ਨੂੰ ਵੀ ਕਹਿ ਦਿਆਂਗੀਆਂ। जोर प्रणाम करो हमको, कर बाहर वै जलती तत्काला। झट पट पानी तो निकल के अते हथ जोड़ के मैनू प्रणाम करो। कृष्ण ने हस के मुंह ये गल कही। कान कही हस कै मुख ते, कर हो नहीं ढील देहो पट हाला। हस के गल कही, जरा जिनी ढिल नहीं करांगा अते झट ही कपड़े दे दियांगा ते पानी तो बाहर आके मैनू प्रणाम करो बिना कपड़ियां तो। दोहरा मंत्र सभन मिल ए करियो, जल को तज सब नार। कानर की बिनती करो कीनो यह विचार। फिर सब गोपियां ने मिल के यह विचार की कि सारियां नारियां पानी तो बाहर निकल के कृष्ण अगे बेनती करिए। सोवैया दै अगुआ पिछुआ अपने कर, पै सब ही जल त्याग खरी है। विचार करन उपरंत सारियां गोपियां अपने हत्थां नूं अगे पिछे दे के पानी तो निकल के खड़ो गईयां। कान के पाए परी बहु बारन, ओ बिनती बहु भात करी है। फिर बहुत वार कृष्ण दे पैरी पईयां अते कई तरह नाल उसदे अगे बेनतियां कीतियां। देहो कहियो हमरी सरिया, तुम जो कर कै छल साथ हरी है। ते फिर कहा साडियां साड़ियां दिओ जो तू छल नाल चुक लईयां हन। जे कहे हो मन है हम सो, अत ही सब सीत साथ ठरी है। जो तू कहेगा असी ओह मन्नांगियां, ठंड दे नाल असी सारियां बहुत ठर गईयां हन। कान बाच कान ने कहा सोईया। काहन कही हस बात तिने, कही कै हम जो तुम सो मन हो। कृष्ण ने हस के उन्हां नूं इह गल कही, जो मैं कहांगा वो तुसी मन जाओगियां। सब ही मुख चूमन देहो कहियो, चुम है हम हूँ तुम हूँ गन है। तुसी सारियां मैनू अपने मूँह चुमन दिओ, मैं चुमदा जावांगा अते तुसी गिनदियां जाना। अर तोरन देहो कहियो सब ही कुछ, ना तुर हो तुमको हन हो। अते फिर कहा तुसी सारियां मैनू अपनियां छातियां पुट्टन दिओ, नहीं तां मैं तुहानू पाले नाल मारांगा। तब ही पट दिओ सभै तुमरे, ये झूठ नहीं सत कै जाने हो। इस विच झूठ नहीं सच करके जानो। जद तक तुसी ये शर्तां पूरियां कर दोगियां तद ही तुहाडे वस्त्र दे दियांगा। फेर कही मुख ते हर जी, सुनरी एक बात कहो संग तेरे।
ਫਿਰ ਕ੍ਰਿਸ਼ਨ ਨੇ ਹੱਸ ਕੇ ਮੂੰਹੋਂ ਇਹ ਗੱਲ ਕਹੀ, ਹੇ ਪਿਆਰੀਓ, ਤੁਹਾਡੇ ਨਾਲ ਇੱਕ ਗੱਲ ਕਰਦਾ ਹਾਂ, ਸੁਣੋ। ਜੋਰੇ ਪ੍ਰਣਾਮ ਕਰੋ ਕਰ ਸੋ, ਤੁਮ ਕਾਮ ਕਰਾ ਉਪਜੀ ਜੀਓ ਮੇਰੇ। ਤੁਸੀਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ। ਮੇਰੇ ਮਨ ਵਿੱਚ ਕਾਮ ਵਾਸਨਾ ਜਾਗ ਪਈ ਹੈ। ਤੋ ਹਮ ਬਾਤ ਕਹੀ ਤੁਮ ਸੋ ਜਬ, ਘਾਤ ਬਣੀ ਸੁਭ ਠੌਰ ਅਕੇਰੇ। ਤਦ ਹੀ ਤੁਹਾਨੂੰ ਇਹ ਗੱਲ ਕਹੀ ਹੈ ਜਦ ਇਹ ਇਕਾਂਤ ਸਥਾਨ ਦਾ ਸੁੰਦਰ ਦਾਉ ਲੱਗ ਗਿਆ ਹੈ। ਦਾਨ ਲਹੈ ਜੀਓ ਕੋ ਹਮ ਹੂੰ ਹਸ, ਕਾਨ ਕਹੀ ਤੁਮਰੋ ਤਨ ਹੀਰੇ। ਕ੍ਰਿਸ਼ਨ ਨੇ ਹੱਸ ਕੇ ਕਿਹਾ, ਤੁਹਾਡੇ ਸੁੰਦਰ ਸਰੀਰਾਂ ਨੂੰ ਵੇਖ ਕੇ ਮੇਰਾ ਮਨ ਦੇ ਦਾਨ ਲੈਣ ਨੂੰ ਕਰ ਆਇਆ ਹੈ। ਕਬਿਓ ਬਾਚ, ਕਵੀ ਨੇ ਕਿਹਾ, ਦੋਹਰਾ। ਕਾਨ ਜਬੈ ਗੋਪੀ ਸਭੇ ਦੇਖਿਨ ਨੈਣ ਨਚਾਤ, ਹੋਇ ਪ੍ਰਸੰਨ ਕਰਨੀ ਲਗੀ ਸਭ ਸੁਧਾਸੀ ਬਾਤ। ਜਦ ਕ੍ਰਿਸ਼ਨ ਨੇ ਸਾਰੀਆਂ ਗੋਪੀਆਂ ਨਾਲ ਅੱਖਾਂ ਮਟਕਾਈਆਂ ਤਾਂ ਸਾਰੀਆਂ ਪ੍ਰਸੰਨ ਹੋ ਕੇ ਅੰਮ੍ਰਿਤ ਵਰਗੀਆਂ ਮਧੁਰ ਗੱਲਾਂ ਕਹਿਣ ਲੱਗੀਆਂ। ਗੋਪੀ ਬਾਚ ਕਾਨ ਸੋ ਸੋਈਆ। ਗੋਪੀਆਂ ਕ੍ਰਿਸ਼ਨ ਨੂੰ ਕਹਿਣ ਲੱਗੀਆਂ, ਕਾਨ ਬਹਿ ਕਰਮ ਥੋਰੀ ਤੋਂ ਮੈਂ, ਖੇਲੋ ਨਾ ਆਪਣੋ ਘਰ ਕਾਹੋ। हे ਕ੍ਰਿਸ਼ਨ, ਤੇਰੀ ਉਮਰ ਤੇ ਸ਼ਕਤੀ ਅਜੇ ਥੋੜੀ ਹੈ, ਤੂੰ ਆਪਣੇ ਘਰ ਦੇ ਅੰਦਰ ਹੀ ਕਿਉਂ ਨਹੀਂ ਖੇਡਦਾ। ਨੰਦ ਸੁਨੈ ਜਸੁਧਾ ਤਪਤੈ, ਤੇ ਤੁਮ ਕਾਨ ਭਈ ਹਰ ਕਾਹੂ। हे ਕਾਨ, ਇਹ ਗੱਲ ਨੰਦ ਅਤੇ ਜਸੋਦਾ ਸੁਣਨਗੇ ਤਾਂ ਕਲਪਣਗੇ, ਤੂੰ ਕਿਤੇ ਹੀ ਹਲਕਾ ਹੋ ਗਿਆ ਹੈ, ਸੋਚਦਾ ਹੀ ਨਹੀਂ। ਨੇਹੋ ਲਗੈ ਨਹ ਜੋਰ ਭਏ, ਤੁਮ ਨੇਹੋ ਲਗਾਵਤ ਹੋ ਬਰ ਕਾਹੋ। ਜ਼ੋਰ ਨਾਲ ਕਦੇ ਪ੍ਰੇਮ ਨਹੀਂ ਪੈਂਦਾ, ਪਰ ਤੂੰ ਜ਼ੋਰ ਨਾਲ ਨੇਹੋ ਕਿਉਂ ਲਗਾਉਂਦਾ ਹੈ। ਲੇਹੋ ਕਹਾ ਇਨ ਬਾਤਨ ਤੇ ਰਸ ਜਾਨਤ ਕਾ ਅਜਹੂ ਲੜਕਾ ਹੋ। ਇਹਨਾਂ ਗੱਲਾਂ ਵਿੱਚੋਂ ਕੀ ਲੱਭੇਗਾ, ਤੂੰ ਅਜੇ ਬਾਲਕ ਹੈ, ਇਸ ਲਈ ਕਾਮ ਦਾ ਰਸ ਕੀ ਜਾਣਦਾ ਹੈ। ਕਬਿਤੁ कमल से आनन कुरंगन से नेत्र, सुतन की प्रभा में सारे भावन सुपरिया। जिन्हां दा कमल वर्गा मुख है, हिरन वर्गियां अखां हन, शरीर की सुंदरता सारे लोकां विच भरी हुई है। राजत है गोपिया प्रसन्न भई ऐसी भात, चंद्रमा चरह ते जो बिराजा सीत हरिया। अजिहे रूप वालियां गोपियां प्रसन्न होके इस तरह बिराज रहियां हन जिवें चंद्रमा दे चढ़न नाल सफेद कमियां बिराजदियां हन। रस ही की बात है रस रीत ही के प्रेम हूं मैं, कह कब श्याम साथ कान जुके खरिया। श्याम कवि कहंदे हन रस दियां ही गल्लां करदियां हन ਅਤੇ रस ਦੀ रीति ਦੇ प्रेम ਵਿੱਚ मस्त हो के कृष्ण ਦੇ ਨਾਲ खड़ोतियां ਹਨ। मदन के हारन बनाए बेके काज मानो, हित कै परोवत है मोते ने की लरिया। मानो काम केल दा हार बनाउण लई प्रेम रूपी मोतियां दियां लड़ियां परो रहियां होण। सोइया काहे को कान जो काम के बाण लगावत हो, तन के धन भऊ है। हे कान, तू भवां रूपी धनुष नाल खिंच के काम दे बाण क्यों चलाउंदा है। काहे को नेहो लगावत हो, मुस्कावत हो चल आवत सौ है। नेहो क्यों लगाउंदा है, हसदा होया सामने चलिया आउंदा है। काहे को पाग धरो तिरछी, अर काहे भरो तिरछी तुम गऊ है। सिर उते तिरछी पगड़ी क्यों धरदा है, अखां नाल तिरछी कटाच क्यों करदा है। काहे रिझावत हो मन भावत, आहे दिवावत है हम सो है। हे मन नूं भाउण वाले, सानू किस लई रिझाउंदा है अते सोहां क्यों चुकाउंदा है। बात सुनी हर जी जब सरौनन, रीझ हसी सब ही ब्रिज बामै। जदों कान नाल श्री कृष्ण की गल सुनी
ਤਾਂ ਬ੍ਰਜ ਭੂਮੀ ਦੀਆਂ ਸਾਰੀਆਂ ਇਸਤਰੀਆਂ ਰੀਝ ਕੇ ਹੱਸਣ ਲੱਗ ਗਈਆਂ। ਠਾਢੀ ਭਈ ਤਰ ਤੀਰ ਤਬੈ, ਹਰੂਏ ਹਰੂਏ ਚੱਲ ਕੇ ਗੱਜ ਗਾਮੈ। ਉਹ ਗੱਜ ਗਾਮਣੀਆਂ ਹੌਲੀ ਹੌਲੀ ਚੱਲ ਕੇ ਉਸ ਬ੍ਰਿਛ ਦੇ ਨੇੜੇ ਜਾ ਕੇ ਖੜੋ ਗਈਆਂ। ਬੇਰ ਬਨੇ ਤਿੰਨ ਨੇਤਰਨ ਕੇ ਜਨ, ਮੈਨ ਬਨਾਏ ਧਰੇ ਇਹ ਦਾਮੈ। ਉਹਨਾਂ ਦੇ ਨੇਤਰ ਮਾਨੋ ਬੇਰ ਬਣੇ ਹਨ ਅਤੇ ਕਾਮ ਨੇ ਉਹਨਾਂ ਦੇ ਫੰਦੇ ਬਣਾ ਦਿੱਤੇ ਹਨ। ਸਿਆਮ ਰਸਾ ਤੁਰ ਪੇਖਤ ਯੋ, ਜਿਮ ਟੂਟਤ ਬਾਜ ਛੁਧਾ ਜੁਤ ਤਾਮੈ। ਕਾਮ ਰਸ ਨਾਲ ਆਤੁਰ ਹੋਏ ਸ਼੍ਰੀ ਕ੍ਰਿਸ਼ਨ ਉਹਨਾਂ ਵੱਲ ਇੰਜ ਵੇਖਦੇ ਹਨ ਜਿਵੇਂ ਭੁੱਖਾ ਬਾਜ਼ ਆਪਣੀ ਖੁਰਾਕ ਉੱਤੇ ਟੁੱਟ ਕੇ ਜਾ ਪੈਂਦਾ ਹੈ। ਕਾਮ ਸੇ ਰੂਪ ਕਲਾ ਨਿਧ ਸੇ ਮੁਖ, ਕੀਰ ਸੇ ਨਾਕ ਕੁਰੰਗ ਸੇ ਨੈਣਨ। ਜਿਸ ਸ਼੍ਰੀ ਕ੍ਰਿਸ਼ਨ ਦਾ ਕਾਮ ਵਰਗਾ ਰੂਪ, ਚੰਦਰਮਾ ਜਿਹਾ ਮੁਖੜਾ, ਤੋਤੇ ਦੇ ਸਮਾਨ ਨੱਕ ਅਤੇ ਹਿਰਨ ਜਿਹੀਆਂ ਅੱਖਾਂ ਹਨ। ਕੰਚਨ ਸੇ ਤਨ ਦਾਰਿਮ ਦਾਤ, ਕਪੋਤ ਸੇ ਕੰਠ ਸੁ ਕੋਕਿਲ ਬੈਨਨ। ਜਿਸ ਦੇ ਤਨ ਦੀ ਚਮਕ ਸੋਨੇ ਵਰਗੀ, ਅਨਾਰ ਜਿਹੇ ਦੰਦ, ਕਬੂਤਰ ਦੇ ਸਮਾਨ ਗਰਦਨ ਅਤੇ ਕੋਇਲ ਵਰਗੇ ਬੋਲ ਹਨ। ਕਹਨ ਲਗਿਓ ਕਹਿਨੇ ਤਿਨ ਸੋ, ਹੱਸ ਕੈ ਕਵੀ ਸ਼ਾਮ ਸਹਾਇਕ ਧੈਨ। ਕਵੀ ਸ਼ਾਮ ਕਹਿੰਦੇ ਹਨ, ਗਊਆਂ ਦੇ ਸਹਾਇਕ ਕਾਣ ਉਹਨਾਂ ਨੂੰ ਹੱਸ ਕੇ ਕਹਿਣ ਲੱਗੇ, ਮੋਹੇ ਲਿਓ ਸਭ ਹੀ ਮਨ ਮੇਰੋ, ਸੋ ਭਉ ਨਚਾਏ ਤੁਮੈ ਸੰਗ ਸੈਨਨ। ਹੇ ਗੋਪੀਓ, ਤੁਸਾਂ ਸਾਰੀਆਂ ਨੇ ਅੱਖਾਂ ਮਟਕਾ ਕੇ ਅਤੇ ਸੈਨਤਾ ਕਰਕੇ ਮੇਰਾ ਮਨ ਮੋਹ ਲਿਆ ਹੈ। ਕਾਨ ਬੜੇ ਰਸ ਕੇ ਹਿਰਿਆ, ਸਭ ਹੀ ਜਲ ਬੀਚ ਅਚਾਨਕ ਹੇਰੀ। ਕਾਨ ਰਸ ਦਾ ਬਹੁਤ ਵੱਡਾ ਲੁਟੇਰਾ ਹੈ। ਜਦੋਂ ਉਸਨੇ ਅਚਾਨਕ ਸਾਰੀਆਂ ਗੋਪੀਆਂ ਜਲ ਵਿੱਚ ਨੰਗੀਆਂ ਨਹਾਉਂਦੀਆਂ ਵੇਖੀਆਂ ਤਾਂ ਉਹਨਾਂ ਦੇ ਸਿਰ ਜਾ ਚੜਿਆ। ਸੋਹ ਤੁਮੈ ਜਸੁਦਾ ਕਹੋ ਬਾਤ, ਕਿਸਾਰਥ ਕਹੋ ਇਹ ਜਾ ਹਮ ਘੇਰੀ। ਗੋਪੀਆਂ ਕਹਿਣ ਲੱਗੀਆਂ, ਤੈਨੂੰ ਜਸੋਦਾ ਦੀ ਸਹੁੰ ਸੱਚੀ ਗੱਲ ਦੱਸ, ਤੂੰ ਕਿਸ ਮੰਤਵ ਨਾਲ ਸਾਨੂੰ ਇਸ ਥਾਂ ਘੇਰਿਆ ਹੋਇਆ ਹੈ। ਦੇਹੋ ਕਹਿਓ ਸਭ ਹੀ ਹਮਰੇ ਪਟ, ਹੋਹੀ ਸਬੈ ਤੁਮਰੀ ਹਮ ਚੇਰੀ। ਸਭ ਕਹਿਣ ਲੱਗੀਆਂ, ਸਾਨੂੰ ਸਾਡੇ ਬਸਤਰ ਦਿਓ, ਅਸੀਂ ਸਾਰੀਆਂ ਤੇਰੀਆਂ ਦਾਸੀਆਂ ਹਾਂ। ਕੈਸੇ ਪ੍ਰਣਾਮ ਕਰੈ ਤੁਮ ਕੋ, ਅਤਿ ਲਾਜ ਕਰੈ ਹਰ ਜੀ ਹਮ ਤੇਰੀ। ਹੇ ਕਾਨ, ਅਸੀਂ ਹੱਥ ਜੋੜ ਕੇ ਤੈਨੂੰ ਕਿਵੇਂ ਪ੍ਰਣਾਮ ਕਰੀਏ, ਕਿਉਂਕਿ ਤੇਰੇ ਕੋਲੋਂ ਸਾਨੂੰ ਸੰਗ ਆਉਂਦੀ ਹੈ। ਪਾਪ ਕਰਿਓ ਹਰ ਕੈ ਤੁਮਰੇ ਪਟ, ਓ ਤਰ ਪੈ ਚੜ ਸੀਤ ਸਹਾ ਹੈ। ਕਾਣ ਨੇ ਕਿਹਾ, ਹੇ ਗੋਪੀਓ, ਤੁਹਾਡੇ ਵਸਤਰ ਚੁਰਾ ਕੇ ਮੈਂ ਪਾਪ ਕੀਤਾ ਹੈ ਅਤੇ ਬ੍ਰਿਛ ਤੇ ਚੜ ਕੇ ਸਰਦੀ ਸਹਾਰੀ ਹੈ। ਜੋ ਹਮ ਪ੍ਰੇਮ ਛਕੇ ਅਤ ਹੀ ਤੁਮ, ਕੋ ਹਮ ਢੂੰਢਤ ਢੂੰਢ ਲਹਾ ਹੈ। ਮੈਂ ਤੁਹਾਡੇ ਪ੍ਰੇਮ ਵਿੱਚ ਅਤ ਮਤਵਾਲਾ ਹੋ ਗਿਆ ਹਾਂ, ਇਸ ਲਈ ਤੁਹਾਨੂੰ ਮੈਂ ਇੱਥੇ ਢੂੰਢ ਢੂੰਢ ਕੇ ਲੱਭਿਆ ਹੈ। ਜੋਰ ਪ੍ਰਣਾਮ ਕਰੋ ਹਮ ਕੋ ਕਰ, ਸੌਹ ਲਗੈ ਤੁਮ ਮੇਰੀ ਹਾਹਾ ਹੈ। ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਅਤੇ ਬਸਤਰ ਲੈ ਲਵੋ, ਜੇ ਨਹੀਂ ਕਰੋਗੀਆਂ ਤੁਹਾਨੂੰ ਮੇਰੀ ਸਹੁੰ ਲੱਗੇ। ਕਾਨ ਕਹੀ ਹਸ ਬਾਤ ਸੁਨੋ, ਸੁਭ ਚਾਰ ਭਈ ਤੋ ਵਿਚਾਰ ਕਹਾ ਹੈ। ਕਾਨ ਨੇ ਗੋਪੀਆਂ ਨੂੰ ਹੱਸ ਕੇ ਕਿਹਾ, ਸ਼ੁਭ ਗੱਲ ਸੁਣੋ, ਜੇ ਅੱਖਾਂ ਚਾਰ ਹੋ ਗਈਆਂ ਹਨ ਤਾਂ ਫਿਰ ਨਗਨਤਾ ਦਾ ਵਿਚਾਰ ਕਾਹਦਾ ਹੈ। ਸੰਕ ਕਰੋ ਹਮ ਤੇ ਨਾ ਕਛੂ, ਅਰ ਲਾਜ ਕਛੂ ਜੀਉ ਮੈਂ ਨਹੀਂ ਕੀਜੈ। ਮੇਰੇ ਕੋਲ ਕੁਝ ਵੀ ਸੰਗ ਨਾ ਕਰੋ ਅਤੇ ਨਾ ਹੀ ਮਨ ਵਿੱਚ ਕੁਝ ਲੱਜਾ ਕਰੋ। ਜੋਰ ਪ੍ਰਣਾਮ ਕਰੋ ਹਮ ਕੋ ਕਰ, ਦਾਸਨ ਕੀ ਬਿਨਤੀ ਸੁਣ ਲੀਜੈ। ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਅਤੇ ਮੈਂ ਦਾਸ ਦੀ ਬੇਨਤੀ ਸੁਣ ਲਵੋ। ਕਾਨ ਕਹੀ ਹਸ ਕਹਿ ਤਿਨ ਸੋ, ਤੁਮਰੇ ਮ੍ਰਿਗ ਸੇ ਦ੍ਰਿਗ ਦੇਖਤ ਜੀਜੈ। ਕਾਨ ਨੇ ਉਹਨਾਂ ਨੂੰ ਹੱਸ ਕੇ ਕਿਹਾ ਕਿ ਮੈਂ ਤੁਹਾਡੀਆਂ ਹਿਰਨ ਵਰਗੀਆਂ ਅੱਖਾਂ ਨੂੰ ਵੇਖ ਕੇ ਜਿਉਂਦਾ ਹਾਂ। ਡੇਰਨ ਨਾਹੀ ਕਹਿ ਤੁਮਰੇ ਇਹ ਤੇ, ਤੁਮਰੋ ਕਛੂ ਨਾਹਿਨ ਛੀਜੈ। ਮੈਂ ਤੁਹਾਡੇ ਘਰਾਂ ਵਿੱਚ ਜਾ ਕੇ ਕੁਝ ਨਹੀਂ ਕਹਾਂਗਾ, ਇਸ ਲਈ ਤੁਹਾਡੀ ਕੋਈ ਹਾਨੀ ਨਹੀਂ ਹੋਏਗੀ। ਦੋਹਰਾ।
ਕਾਨ ਜਬੈ ਪਟ ਨੈ ਦਏ ਤਬ ਗੋਪੀ ਸਭ ਹਾਰੀ। ਕਾਨ ਨੇ ਜਦ ਬਸਤਰ ਨਾ ਦਿੱਤੇ ਤਾਂ ਸਭ ਗੋਪੀਆਂ ਨੇ ਹਾਰ ਕੇ ਕਾਨ ਕਹੈ ਸੋ ਕੀਜੀਐ ਕੀਨੋ ਇਹ ਵਿਚਾਰ। ਇਹ ਵਿਚਾਰ ਕੀਤਾ ਕਿ ਜੋ ਕਾਨ ਕਹਿੰਦਾ ਹੈ ਉਹੀ ਕਰੀਏ। ਸਵਈਆ ਜੋਰ ਪ੍ਰਣਾਮ ਕਰੋ ਹਰਿ ਕੋ ਕਰ ਆਪਸ ਮੈਂ ਕਹਿ ਕਹਿ ਮੁਸਕਾਨੀ। ਹੱਥ ਜੋੜ ਕੇ ਸ਼੍ਰੀ ਕ੍ਰਿਸ਼ਨ ਨੂੰ ਪ੍ਰਣਾਮ ਕਰੋ। ਇਹ ਗੱਲ ਆਪਸ ਵਿੱਚ ਕਰਕੇ ਗੋਪੀਆਂ ਹੱਸ ਪਈਆਂ। श्याम लगी कहने मुख ते सब ही गोपिया मिल अमृत बानी। सारियां गोपियां मिल के मूँह विचों श्याम नूं अमृत वर्गे बोल कहने लगियां। हो प्रसन्य कहो हम पै कर बात कही तुम सो हम मानी। हुण प्रसन्न होवो क्योंकि सानू जो कुछ तुसी कहा सी ਉਹ ਗੱਲ ਅਸੀਂ ਮੰਨ ਲਈ ਹੈ। अंतर नाही रहियो एह जा अब सो भली तुम जो मन भानी। इत्थे हुण तुहाडे ते साडे विच कोई अंतर नहीं रहा। साडे लई ओही गल चंगी है जो तुहाडे मन भाउंदी है। काम के बाण बनी बरछी परौटे धन से दृग सुंदर तेरे। हे प्यारी गोपियो तुहाडे प्रवट्टे धनुष वर्गे ਅਤੇ ਸੁੰਦਰ ਨੈਣ ਕਾਮ ਦੇ ਤੀਰ ਦੇ ਸਮਾਨ ਹਨ। ਆਨਨ ਹੈ ਸਸ ਸੋ ਅਲਕੈ ਹਰਿ ਮੋਹਿ ਰਹਿ ਮਨ ਰੰਚਕ ਹੇਰੇ। ਤੁਹਾਡੀ ਚਿਤਵਨੀ ਬਰਛੀ ਜਿਹੀ ਹੈ, ਮੁਖੜਾ ਚੰਦਰਮਾ ਵਰਗਾ ਅਤੇ ਜ਼ੁਲਫਾਂ ਨਾਗ ਚਈਆਂ ਹਨ। ਜ਼ਰਾ ਜਿੰਨਾ ਵੇਖਣ ਨਾਲ ਹੀ ਮਨ ਮੋਹਿਆ ਜਾਂਦਾ ਹੈ। ਤੋ ਤੁਮ ਸਾਥ ਕਰੀ ਬਿਨਤੀ जब काम करा उपजी जी मेरे। तद ही तुहाडे अगे बेनती कीती है जद मेरे मन विच काम कला उपजी है। चुंबन देहो कहो सब ही मुख सौ हमें कहे है नह डेरे। इसे लई मैं कहा है कि तुसी सारियां मैनू चुमियां देवो, मैनू सौ लगे तुहाडे घर नहीं दसदा। होए प्रसन्य सबै गोपिया मिल मान लई जो कान कही है। सारियां गोपियां ने मिल के प्रसन्नता पूर्वक वो गल मन लई जो श्याम ने कही है। जोर हुलास बढ़ियो जी मैं गिनती सरता मग नेह बदी है। उन्हां दे मन विच जोर नाल उलास वध गया अते सारियां गिणतियां प्रेम दे वहन विच वह गईयां। संक छुट्टी दूहों के मन ते हस कै हारे तो यह बात कही है। जदों इन्हां दे मन विचों संग हट गई तदों ही श्री कृष्ण ने हस के ये गल कही। बात सुनो हमरी तुम हूँ हमको निध आनंद आज लही है। हस के ये गल कही कि तुसी मेरी गल सुनो, अज मैनू आनंद दा खजाना लभ पिया है। तो फिर बात कही उन्हों सुन री हरजू पिख बात कही है। तदों फिर उन्हां गोपियां ने गल की कि हे सखी सुन, वेख कृष्ण ने की गल कही है। सुन जोर हुलास बड़ियो जी मैं गिनती सरता मग नेह बही। सुन इन्हां दे मन विच उलास वध गया है अते गिनतियां प्रेम दी नदी विच रुड़ गईयां हन। अब संक छुटी इन कै मन की तब ही हस कै ये बात कही। हुण इन्हां दे मन दी संग खत्म हो गई है, तदे ही तां इन्हां ने हस की गल कही है। अब सत भयो हमको दुर्गा बर मात सदा ये सत सही। हुण दुर्गा दा दिता वर सच्चा हो गया है, दुर्गा माता सदा सच आखदी है। ये दुर्गा दे वर नाल होया सारा कुछ। कान तबै कर केल तिनो संग पै पट देकर छोड़ दई है। 282वां पद है। कृष्ण ने उन्हां नाल काम क्रीड़ा करके अते बस्तर दे के छड़ दिता। होए इकत्तर तबै गोपिया सब चंड सराहत धाम गई है। तदों सारियां गोपियां इकट्ठियां होके चंडी दुर्गा की सराहना करदियां घरां नूं चलियां गईयां हन। आनंद अत सो बढ़ियो तिन के जी सो उपमा कब चीन लई है। उन्हां दे मन विच बहुत आनंद वध गया है जिस दी उपमा कवि ने
इस तरह समझी है। ज्यों अति मेघ परै धर पै, तर जो सब्जी शुभ रंग पई है। ज्यों धरती उत्ते बहुत मींह पैण नाल सारी धरती हरियावल कारण सुंदर रंग वाली हो जाती है। गोपी बाच गोपियां कहन लगियां अड़िल, धन चंडिका मात हमें बर ए दयो। हे चंडिका माता, तू धन है जिसने सानू ये वर दिता है। धन दियोस है आज कान हम मित पयो। अज दा ये दिन धन है जिस विच कान साडा मित्र होया है। दुर्गा अब ए किरपा हम पर कीजिए। हे दुर्गा, हुण साडे उत्ते ए किरपा करो। हो कानर को बहु दिवस सो देखन दीजिए, कि कान दा सानू बहुत दिनां तक दर्शन हुंदा रहे। गोपी बाच देवी जूसो गोपियां देवी जी नू कहंदियां हन, सुवैया चंड किरपा हम पै करिए, हमरो अत प्रीतम होए कन्हैया। हे चंडिका, साडे उत्ते किरपा करो कि कान साडा प्रीतम बनिया रहे। पाए परे हम हूं तुमरे, हम कान मिले मुसलीधर भैया। क्योंकि तेरी किरपा नाल सानू कान मिलिया है जो बलराम दा भरा है। याही ते दैत संघारन नाम किधो, तुमरे सब ही जुग गईया। इसे करके तेरा नां दैत नू संघारन वाली है अते तेरा नां ही जग विच गाया जाता है। तो हम पाए परी तुमरे, जब ही तुम ते यह पै बर पईया। इसलिए असी तेरे पैरी पैंदियां हां जदों असी तेरे तो ये वर पा लिया है। कबित दैतन की मृत साध सेवका की बरता, तू कह कबि श्याम आद अंत हो की करता। हे दुर्गा माता, तू दैंतां दी मौत दे समान है अते साधा सेवकां दी वरदाती है। श्याम कवि कहंदे हन, तू आद अंत दी करता है। जिहड़ा कवि है वो देवी चंडिका नू दुर्गा नू आद अंत दी करता कह रहा है। दीजै बरदान मोहे करत बिनंती तोहे, कान बर दीजै दुख दारद की हरता। हे दुखां ते कलेशां नू नष्ट करन वाली, सानू वर दिओ। असी बेनती करदियां हां कि सानू कान वर दिओ। तू ही पार्वती अष्ट भुजी, तू ही देवी, तू ही रूप छूदा, तू ही पेट हूं की भरता। तू ही पार्वती है, तू ही अष्ट भुजी है, तू ही देवी है, तू ही भुख दा रूप है अते तू ही पेट नूं भरन वाली है। तू ही रूप लाल, तू ही सेत रूप पीत, तू ही रूप धरा को है, तू ही आप करता। तू ही लाल रूप है, तू ही सफेद रूप वाली है अते तू ही पीले रूप वाली है। तू ही धरती रूप है अते तू ही सब नूं करन वाली है। सुवैया बाहन सिंह भुजा अष्टा, जे चक्र त्रिशूल गदा कर में। तेरा वाहन शेर है, तेरियां 8 भुजावां हन जिन्हां विच चक्र गदा त्रिशूल बरछी सर ढाल कमान निखंग, धरे कट जो बर है बर में। बरछी तीर ढाल कमान आदि शस्त्र अस्त्र धारण कीते होए हन अते लक नाल पत्था बन्निया होया है। गुपिया सब देव करै तिह की, चित दै तिह मैं हित कै हरि में। उस देवी दी सारियां गोपियां मन नाल सेवा करदियां हन अते कृष्ण नाल हित करदियां हन। पुन अक्षत धूप पंचामृत दीप, जगावत हार डरै घर में। फिर देवी नूं चावल धूप कड़ाह चढ़ाउंदियां हन, दीप जगा के उन्हां दे गलां विच हार पांदे हन। कबित तो ही को सुनू है जाप, तेरे ही जपै है ध्यान। तेरे ही धरा है न जपै है कहूं आन को। तेरे यश नूं सुनदियां हां, तेरे जाप नूं जपदियां हां, तेरा ही ध्यान धरदियां हां अते किसी होर नूं नहीं जपदियां। तेरे गुण गह हम तेरे ही कह है फूल,
तो ही पै डरै है सब राखै तेरे मान को। तेरे गुण गाउंदियां हां, तेरियां ही अखवाउंदियां हां, तेरे ते फुੱਲ चढ़ाउंदियां हां ਅਤੇ सब तरह नाल तेरे मान नूं रखदियां हां। जैसे बर दीनो हमें होए है प्रसन्न पाछै, तैसे बर दीजै हमें कान सुर ज्ञान को। जिस तरह ਦਾ ਤੁਸੀਂ ਪ੍ਰਸੰਨ ਹੋ ਕੇ ਪਹਿਲਾਂ ਸਾਨੂੰ ਵਰ ਦਿੱਤਾ ਸੀ, ਉਸ ਤਰ੍ਹਾਂ ਦਾ ਹੁਣ ਸ੍ਰੇਸ਼ਟ ਗਿਆਨ ਵਾਲੇ ਕ੍ਰਿਸ਼ਨ ਦਾ ਵਰ ਦਿਓ। दीजिए विभूत कै बनास्पति, दीजै कै दो माला, दीजै मोतिन कै मुंदरा, दीजै कान को। सानू विभूति लगाउण लई दिओ ਅਤੇ ਖਾਣ ਪੀਣ ਲਈ ਬਨਸਪਤੀ ਦਿਓ, ਮੋਤੀਆਂ ਦੀ ਮਾਲਾ ਦਿਓ ਅਤੇ ਕੰਨਾਂ ਵਿੱਚ ਪਾਣ ਵਾਲੀਆਂ ਮੁੰਦਰਾਂ ਦਿਓ, ਭਾਵ ਜੋਗਣਾ ਬਣਨ ਦੀ ਸਮੱਗਰੀ ਦਿਓ। देवी बाच देवी ने किया सवैया, तो हस बात कही दुर्गा, हम तुमको हर को बर दै है। तद हस के दुर्गा देवी ने यह गल कही कि मैं तुहानू कृष्ण दा तुहाडा पति होने दा वर दिता है। हो प्रसन्न सभै मन में, तुम सत कहियो नहीं झूठ कह है। सारियां मन विच प्रसन्न होवो, मैं सच कहा है, झूठ नहीं कहती। कान्हे को मुख हो तुमको, हम सो सुख सो अखिया भारी लै है। इस प्रकार कान नूं सुख होवेगा, तुहानू सुख होवेगा, मैनू भी सुख होवेगा अते असीं सब सुख नाल अखां भर लवांगियां, भाव सब आनंदित हो जावांगियां। जाहो कहो सब ही तुम डेरन, काल वह बर को तुम पै है। देवी ने कहा तुसी सारियां हुण घरां नूं जाओ, कल तुसी उसे वर नूं प्राप्त कर लवोगियां। कबियो बाच कवि ने कहा दोहरा, होवै प्रसन्य सब ब्रिज बधू, तिह को शीस निवाए, पर पायन कर बेनती चली गृहन को ताए। इस सुन के ब्रज भूमि दीआं सारियां इस्त्रियां ने प्रसन्न होकर देवी नूं मत्था टेकिया ਅਤੇ ਚਰਨੀ ਪੈ ਕੇ ਬੇਨਤੀ ਕਰਕੇ ਘਰਾਂ ਨੂੰ ਚਲੀਆਂ ਗਈਆਂ। ਸੋਈਆ ਆਪਸ ਮੈਂ ਕਰ ਜੋਰ ਸਭੈ ਗੋਪੀਆ, ਚਲ ਧਾਮ ਗਈ ਹਰ ਖਾਨੀ। ਆਪਸ ਵਿੱਚ ਹੱਥ ਜੋੜ ਕੇ ਸਾਰੀਆਂ ਗੋਪੀਆਂ ਪ੍ਰਸੰਨ ਹੋਈਆਂ, ਘਰਾਂ ਨੂੰ ਚਲੀਆਂ ਗਈਆਂ। ਰੀਝ ਦਿਓ ਹਮਕੋ ਦੁਰਗਾ ਬਰ, ਸ਼ਿਆਮ ਚੱਲੀ ਕਹਿਤੀ ਇਹ ਬਾਨੀ। ਅਤੇ ਆਪਸ ਵਿੱਚ ਗੱਲਾਂ ਕਰਦੀਆਂ ਗਈਆਂ ਕਿ ਦੇਵੀ ਦੁਰਗਾ ਨੇ ਪ੍ਰਸੰਨ ਹੋ ਕੇ ਕ੍ਰਿਸ਼ਨ ਰੂਪੀ ਪਤੀ ਦਾ ਵਰ ਦਿੱਤਾ ਹੈ। आनंद मत भई मद सो, सब सुंदर धामन को निज कानी। आनंद नाल मस्त होइयां सारियां गोपियां अपने सुंदर घरां दे नेड़े पहुंच गईयां हन। दान दियो दिजहूं बहुत्यो, मन इच्छत है हर हो हम जानी। उन्हां ने बहुतियां ब्राह्मणां नूं दान दिता, क्योंकि उन्हां दे मन इच्छत मित्र वजों कृष्ण नूं प्राप्त कीता है। दोहरा समय भलै एक घात स्यो, वह इकत्र सब बाल, अंग सभै गिनने लगी करके बातर साल। एक दिन किसी शुभ घड़ी मौका पा के सारियां गोपियां इकट्ठियां होके सुंदर गल्लां करदे होए कृष्ण दे सारे अंगां दी गिनती करन लगियां। सवैया कऊ कह हरि को मुख सुंदर, कऊ कह शुभ नाक बनियो है। कोई कहती कृष्ण का मुख सुंदर है, कोई कहती है नक सुंदर है। कऊ कह कट केहर सी तन, कंचन सो रिज काहू गनियो है। कोई कहती कृष्ण का लक शेर वर्गा पतला है, कोई रीझ के कृष्ण के शरीर नूं सोने का मनदी है। नैन कुरंग से कऊ गनै, जस ताज छब को कभी श्याम बनियो है। कोई कृष्ण के नैन हिरन वर्गे गिनदी है। श्याम कवि उस शोभा नूं वर्णन करदियां कहंदे हन, लोगन मैं जिम जीव बनियो, तिन के तन मैं तिम कान मनियो है। जिवें लोकां विच अपने जीव दा प्यार बनिया होया है, उसे तरह गोपियां दे तन विच कान दा प्रेम मन्निया होया है। कान को पेख कला निद सौ, मुख रीज रही सब ही ब्रिज बारा।
ਕਾਨ ਦੇ ਚੰਦਰਮਾ ਵਰਗੇ ਮੁਖ ਨੂੰ ਵੇਖ ਕੇ ਬ੍ਰਜ ਦੀਆਂ ਸਾਰੀਆਂ ਇਸਤਰੀਆਂ ਰੀਝ ਰਹੀਆਂ ਹਨ। ਮੋਹੇ ਰਹੇ ਭਗਵਾਨ ਉਤੇ ਇਨਹੂ ਦੁਰਗਾ ਬਰ ਚੇਟਕ ਡਾਰਾ। ਉਧਰ ਭਗਵਾਨ ਕ੍ਰਿਸ਼ਨ ਵੀ ਮੋਹਿਤ ਹੋਏ ਪਏ ਹਨ ਅਤੇ ਦੇਵੀ ਦੇ ਵਰ ਕਰਕੇ ਇਹਨਾਂ ਕੁੜੀਆਂ ਨੂੰ ਚੇਟਕ ਲੱਗ ਗਈ ਹੈ। ਕਾਨ ਟਿਕੈ ਗ੍ਰਹਿ ਔਰ ਬਿਖੈ ਤਿਹ ਕੋ ਅਤਿ ਹੀ ਜਸ ਸ਼ਿਆਮ ਉਚਾਰਾ। ਭਾਵੇਂ ਕਾਨ ਹੋਰ ਘਰ ਵਿੱਚ ਟਿਕਿਆ ਹੋਇਆ ਹੈ, ਉਸ ਸ੍ਰੇਸ਼ਟ ਯਸ਼ ਨੂੰ ਕਵੀ ਸ਼ਿਆਮ ਨੇ ਇੰਝ ਸਮਝਿਆ ਹੈ। ਜੀਵ ਇਕੱਤਰ ਰਹਿ ਤਿਨ ਕੋ ਇਮ ਟੂਟ ਗਏ ਜੋ ਮ੍ਰਿਨਾਲ ਕੀ ਤਾਰਾ। ਕਿ ਉਹਨਾਂ ਦੀਆਂ ਆਤਮਾਵਾਂ ਇੱਕਮਿਕ ਰਹਿੰਦੀਆਂ ਹਨ। ਲੋਕ ਲਾਜ ਦੇ ਬੰਧਨ ਇਸ ਤਰ੍ਹਾਂ ਟੁੱਟ ਗਏ ਹਨ ਜਿਵੇਂ ਭੇਂ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ। ਨੇਹੋ ਲਗਿਓ ਇਨ ਕੋ ਹਰ ਸੋ ਅਰ ਨਿਹ ਲਗਿਓ ਹਰ ਕੋ ਇਨ ਨਾਰੇ। ਇਹਨਾਂ ਦਾ ਪ੍ਰੇਮ ਕ੍ਰਿਸ਼ਨ ਨਾਲ ਹੋ ਗਿਆ ਹੈ ਅਤੇ ਕ੍ਰਿਸ਼ਨ ਦਾ ਨਿਹ ਇਹਨਾਂ ਇਸਤਰੀਆਂ ਨਾਲ ਪੈ ਗਿਆ ਹੈ। ਚੈਨ ਪਰੈ ਦੁਹ ਕੋ ਨਹਿ ਦੁਐ ਪਲ ਨਾਵਨ ਜਾਵਤ ਹੋਤ ਸਵਾਰੇ। ਦੋਹਾਂ ਨੂੰ ਬਿਨਾਂ ਦੇਖੇ 2 ਪਲ ਲਈ ਵੀ ਚੈਨ ਨਹੀਂ ਪੈਂਦਾ, ਇਸ ਲਈ ਸਵੇਰ ਹੀ ਨਹਾਉਣ ਲਈ ਚਲੇ ਜਾਂਦੇ ਹਨ। ਸਿਆਮ ਭਏ ਭਗਵਾਨ ਇਨੈ ਬਸ ਦੈਤਨ ਕੇ ਜਿਹ ਤੇ ਦਲ ਹਾਰੇ। ਸਿਆਮ ਕਵੀ ਕਹਿੰਦੇ ਹਨ, ਭਗਵਾਨ ਇਹਨਾਂ ਦੇ ਵੱਸ ਵਿੱਚ ਹੋ ਗਿਆ ਹੈ ਜਿਸ ਤੋਂ ਦੈਂਤ ਦੇ ਦਲ ਹਾਰੇ ਹੋਏ ਹਨ। ਖੇਲ ਦਿਖਾਵਤ ਹੈ ਜਗ ਕੋ ਦਿਨ ਥੋਰਨ ਮੈਂ ਅਬ ਕੰਸ ਪਛਾਰੇ। ਜਗਤ ਨੂੰ ਲੀਲਾ ਵਿਖਾ ਰਹੇ ਹਨ, ਹੁਣ ਥੋੜੇ ਦਿਨਾਂ ਵਿੱਚ ਹੀ ਕੰਸ ਨੂੰ ਪਛਾੜਨਗੇ। ਇਹ ਲੀਲਾ ਹੈ ਜਗਤ ਨੂੰ ਵਿਖਾਉਣ ਵਾਲੀ। ਉਤ ਜਾਗਤ ਸਿਆਮ ਇਤੈ ਗੋਪੀਆ ਕਬ ਸਿਆਮ ਕਹੈ ਹਿਤ ਕੈ ਸੰਗ ਤਾਕੇ। ਸ਼ਿਆਮ ਕਵੀ ਕਹਿੰਦਾ ਹੈ, ਉਧਰ ਕ੍ਰਿਸ਼ਨ ਜਾਗਦੇ ਹਨ, ਇਧਰ ਗੋਪੀਆਂ ਜਾਗਦੀਆਂ ਹਨ ਜਿਨ੍ਹਾਂ ਦਾ ਉਸ ਨਾਲ ਹਿੱਤ ਹੈ। ਰੀਝ ਰਹੀ ਤੇ ਪੈ ਸਭ ਹੀ ਪਿਕ ਨੈਣਨ ਸੋ ਫੁਨ ਕਾਨਰ ਬਾਕੇ। ਉਸ ਸੁੰਦਰ ਕਾਨ ਨੂੰ ਅੱਖਾਂ ਨਾਲ ਵੇਖ ਕੇ ਸਾਰੀਆਂ ਗੋਪੀਆਂ ਰੀਝ ਰਹੀਆਂ ਹਨ। ਪ੍ਰੇਮ ਛਕੀ ਨ ਪਰੈ ਇਨ ਕੋ ਕਲ ਕਾਮ ਬੜਿਓ ਅਤਿ ਹੀ ਧਨਵਾਕੀ। ਪ੍ਰੇਮ ਨਾਲ ਮਸਤ ਹੋਈਆਂ ਨੂੰ ਚੈਨ ਨਹੀਂ ਪੈਂਦਾ ਅਤੇ ਉਹਨਾਂ ਦੇ ਤਨ ਵਿੱਚ ਕਾਮ ਬਹੁਤ ਵੱਧ ਗਿਆ ਹੈ। ਖੇਲਹਿ ਪ੍ਰਾਤਹਿ ਕਾਲ ਭਏ ਹਮ ਨਾਹੀ ਲਖੈ ਹਮ ਕੈ ਜਨ ਗਾ ਕੇ। ਖੇਡਣ ਉਪਰੰਤ ਘਰਾਂ ਨੂੰ ਪਰਤਦੀਆਂ ਹੋਈਆਂ ਕਹਿੰਦੀਆਂ ਹਨ ਕਿ ਕੱਲ ਪ੍ਰਭਾਤ ਵੇਲੇ ਆ ਕੇ ਖੇਡਾਂਗੀਆਂ, ਜਿਸ ਕਰਕੇ ਸਾਨੂੰ ਪਿੰਡ ਦੇ ਲੋਕੀ ਜਾਣ ਹੀ ਨਹੀਂ ਸਕਣਗੇ। ਪ੍ਰਾਤ ਭਇਓ ਚੋਹਲਾਤ ਚਿਰੀ ਜਲ ਜਾਤ ਖਿਰੇ ਬਨ ਗਾਏ ਛਿਰਾਨੀ। ਜਦੋਂ ਪ੍ਰਭਾਤ ਹੋਈ ਅਤੇ ਚਿੜੀਆਂ ਚੂਕਣ ਲੱਗੀਆਂ, ਕਵਲ ਫੁੱਲ ਖਿੜ ਗਏ ਅਤੇ ਗਊਆਂ ਬਨ ਨੂੰ ਛਿੜ ਗਈਆਂ। ਗੋਪ ਜਗੇ ਪਤ ਗੋਪ ਜਗਿਓ ਕਬ ਸ਼ਾਮ ਜਗੀ ਅਰ ਗੋਪਨ ਜਰਾਨੀ। ਉਸ ਵੇਲੇ ਗਵਾਲੇ ਜਾਗ ਪਏ, ਨੰਦ ਜਾਗ ਪਿਆ ਅਤੇ ਗਵਾਲਿਆਂ ਦੀ ਰਾਣੀ ਜਸੋਦਾ ਜਾਗ ਪਈ। ਜਾਗ ਉਠੇ ਤਬ ਹੀ ਕਰੁਣਾਨਿਧ ਜਾਗ ਉਠਿਓ ਮੁਸਲੀ ਧਰਮਾਨੀ। ਸ਼ਿਆਮ ਕਵੀ ਕਹਿੰਦੇ ਹਨ, ਉਸ ਵੇਲੇ ਕਿਰਪਾ ਦੇ ਸਮੁੰਦਰ ਸ਼੍ਰੀ ਕ੍ਰਿਸ਼ਨ ਅਤੇ ਅਭਿਮਾਨੀ ਬਲਰਾਮ ਹੀ ਜਾਗ ਉਠੇ। ਸ਼ਿਆਮ ਕਵੀ ਕ੍ਰਿਸ਼ਨ ਜੀ ਨੂੰ ਕਿਰਪਾ ਦੇ ਸਮੁੰਦਰ ਤੇ ਬਲਰਾਮ ਨੂੰ ਅਭਿਮਾਨੀ ਕਹਿ ਰਹੇ ਨੇ। ਗੋਪ ਗਏ ਉਤ ਨਾਨ ਕਰੈ ਇਤ ਕਾਣ ਚਲੇ ਗੋਪੀਆ ਨਿਜ ਕਾਨੀ। ਗਵਾਲੇ ਤਾਂ ਨਹਾਉਣ ਚਲੇ ਗਏ ਅਤੇ ਇਧਰ ਸ਼੍ਰੀ ਕ੍ਰਿਸ਼ਨ ਗੋਪੀਆਂ ਕੋਲ ਚਲੇ ਗਏ। ਬਾਤ ਕਹਿ ਰਸ ਕੀ ਹਸ ਕੈ ਨਹਿ ਔਰ ਕਥਾ ਰਸ ਕੀ ਕੋ ਪੱਖ ਹੈ। ਸ਼੍ਰੀ ਕ੍ਰਿਸ਼ਨ ਗੋਪੀਆਂ ਕੋਲ ਜਾ ਕੇ ਕਾਮ ਰਸ ਦੀਆਂ ਗੱਲਾਂ ਕਰਦੇ ਹਨ ਅਤੇ ਕਾਮ ਰਸ ਤੋਂ ਬਿਨਾਂ ਹੋਰ ਕੋਈ ਕਥਾ ਵਾਰਤਾ ਨਹੀਂ ਕਰਦੇ। ਚੰਚਲ ਸੀ ਪਤ ਕੇ ਆਪਣੇ ਦ੍ਰਿਗ ਮੋਹੇ ਤਿਨੈ ਬਤੀਆ ਇਹ ਆਖੈ। ਸ਼੍ਰੀ ਕ੍ਰਿਸ਼ਨ ਆਪਣੇ ਚੰਚਲ ਨੈਣਾ ਨਾਲ ਗੋਪੀਆਂ ਨੂੰ ਮੋਹ ਕੇ ਉਹਨਾਂ ਨਾਲ ਗੱਲਾਂ ਕਰਦੇ ਹਨ। ਬਾਤ ਨ ਜਾਣਤ ਹੋ ਰਸ ਕੀ ਰਸ ਜਾਣਤ ਸੋ ਨਰ ਜੋ ਰਸ ਗਖ ਹੈ। ਤੁਸੀਂ ਕਾਮ ਰਸ ਦੀ ਗੱਲ ਨਹੀਂ ਜਾਣਦੀਆਂ ਹੋ, ਅਸਲ ਵਿੱਚ ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਇਸ ਨੂੰ ਮਾਣਿਆ ਹੁੰਦਾ ਹੈ। ਪ੍ਰੀਤ ਪੜੈ ਕਰ ਪ੍ਰੀਤ ਕੜੈ ਰਸ ਰੀਤਨ ਚੀਤ ਸੁਨੋ ਸੋਈ ਚੱਖ ਹੈ। ਇਹ ਗੋਪੀਓ ਸੁਣੋ,
जो प्रीत दा सबक पढ़ के ਅਤੇ ਫਿਰ ਇਸ ਦਾ ਅਭਿਆਸ ਕਰਦਾ ਹੈ ਅਤੇ ਫਿਰ ਸਭ ਵੱਲੋਂ ਨਿਸ਼ਚਿੰਤ ਹੋ ਜਾਂਦਾ ਹੈ, ਉਹੀ ਇਸ ਰਸ ਰੀਤ ਦਾ ਸਵਾਦ ਮਾਣ ਸਕਦਾ ਹੈ। ਗੋਪੀ ਬਾਚ ਕਾਣ ਸੋ, ਗੋਪੀਆਂ ਕ੍ਰਿਸ਼ਨ ਨੂੰ ਕਹਿੰਦੀਆਂ ਹਨ, ਮੀਤ ਕਹੋ ਰਸ ਰੀਤ ਸਭੈ ਹਮ ਪ੍ਰੀਤ ਪਈ ਸੁਨਬੇ ਬਤੀਆ ਕੀ। ਹੇ ਮਿੱਤਰ, ਸਾਨੂੰ ਰਸ ਦੀ ਰੀਤ ਸਾਰੇ ਹੀ ਦੱਸ ਦਿਓ, ਸਾਨੂੰ ਉਹ ਗੱਲਾਂ ਸੁਣਨ ਦੀ ਪ੍ਰੇਮ ਖਿੱਚ ਪੈ ਰਹੀ ਹੈ। ਔਰ ਭਈ ਤੁਹੇ ਦੇਖਣਗੀ ਤੁਮ ਪ੍ਰੀਤ ਭਈ ਹਮਰੀ ਛਤੀਆ ਕੀ। ਸਾਨੂੰ ਹੋਰ ਤੇਰੇ ਦਰਸ਼ਨ ਕਰਨ ਦੀ ਪ੍ਰੀਤ ਪੈਦਾ ਹੋਈ ਹੈ ਅਤੇ ਤੈਨੂੰ ਸਾਡੀਆਂ ਛਾਤੀਆਂ ਟਟੋਲਣ ਦੀ ਪ੍ਰੀਤ ਉਪਜੀ ਹੈ। ਰੀਝ ਲਗੀ ਕਹਿਨੇ ਮੁਖ ਤੇ ਹਸ ਸੁੰਦਰ ਬਾਤ ਇਸੀ ਗਤੀਆ ਕੀ। ਮੁਖ ਤੋਂ ਹੱਸ ਹੱਸ ਕੇ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਸੰਨਤਾ ਪੂਰਵਕ ਕਰਨ ਲੱਗੀਆਂ ਹਨ। ਨੇਹ ਲਗਿਓ ਹਰਿਸੋ ਭਈ ਮੋਛਨ ਹੋਤ ਇਤੀ ਗਤ ਹੈ ਸੂਤਰੀਆ ਕੀ। ਜਿਨ੍ਹਾਂ ਦਾ ਪ੍ਰੇਮ ਹਰ ਨਾਲ ਲੱਗ ਗਿਆ ਉਹ ਮੁਕਤ ਹੋ ਗਈਆਂ, ਇਹ ਹਾਲਤ ਉਹਨਾਂ ਇਸਤਰੀਆਂ ਦੀ ਹੋ ਗਈ। ਇਤ ਸ੍ਰੀ ਦਸਮ ਸਕੰਦ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੂ ਚੀਰ ਹਰਨ ਅਧਿਆਇ ਸਮਾਪਤਮ। ਇੱਥੇ ਸ੍ਰੀ ਦਸਮ ਸਕੰਦ ਬਚਿੱਤਰ ਨਾਟਕ ਦੇ ਕ੍ਰਿਸ਼ਨ ਅਵਤਾਰ ਦੇ ਚੀਰ ਹਰ ਅਧਿਆਇ ਦੀ ਸਮਾਪਤੀ ਹੈ। ਇਹ ਅੱਗੇ ਵੀ ਆਪਾਂ ਸ਼ੁਰੂ ਚ ਪੜ੍ਹਿਆ ਹੈ। ਇਹ ਸ੍ਰੀਮਦ ਭਾਗਵਤ ਮਹਾਪੁਰਾਣ ਦੇ ਦਸਮ ਸਕੰਦ ਵਿੱਚ 22ਵੇਂ ਪਾਠ ਵਿੱਚ ਇਹ ਸਾਰਾ ਕੁਝ ਲਿਖਿਆ ਹੋਇਆ ਜੋ ਇੱਥੇ ਲਿਖਿਆ ਹੈ। ਉੱਥੇ ਇਹ ਇਸ ਤਰ੍ਹਾਂ ਇਹਦਾ ਨਾਮ ਹੈ, ਇੱਥੇ ਸ੍ਰੀਮਦ ਭਾਗਵਤੇ ਮਹਾਪੁਰਾਣੇ ਪਾਰਮਹੰਸਿਆ ਸੰਹਿਤਾਇਆ ਦਸ਼ਮ ਸਕੰਧੇ ਪੂਰਵਾਰਧੇ ਗੋਪੀ ਵਸਤਰਾਪਹਾਰੋ ਨਾਮ ਦਵਾਵਿੰਸ਼ੋਧਿਆਇ। ਕੁੱਲ ਸ਼ਲੋਕ ਉੱਥੇ ਦੇ 38 ਹਨ। ਇਹ ਇਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।